ਸਵਾਗਤ ਹੈ ਜੀ ਆਪ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ ਤੇ ਇਸ ਚਰਚਾ ਵਿੱਚ ਸਾਡੇ ਨਾਲ ਅੱਜ ਸ਼ਾਮਲ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਵਧੀਆ ਜੀ। ਠੀਕ ਠਾਕ ਜੀ। ਚੜ੍ਹਦੀ ਕਲਾ ਜੀ। ਅਕਤੂਬਰ ਆ ਗਿਆ। ਹਾਂ ਬਿਲਕੁਲ, ਠੰਡ ਵੀ ਹੌਲੀ ਹੌਲੀ ਦਸਤਕ ਦੇ ਰਹੀ ਆ ਜੀ ਤੇ ਗਰਮੀ ਪਿੱਛੇ ਨੂੰ ਪੈਰ ਪੁਆ ਰਹੀ ਆ ਜੀ ਤੇ ਹੌਲੀ ਹੌਲੀ ਸਰਦੀ ਦਾ ਮੌਸਮ ਨੇੜੇ ਆ ਰਿਹਾ। ਗਾਂਧੀ ਜਯੰਤੀ ਵੀ ਆ ਤੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਜਨਮ ਦਿਨ ਆ। ਬਿਲਕੁਲ, ਜਿਨ੍ਹਾਂ ਦਾ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਵੀ ਰਿਹਾ ਆ। ਬਹੁਤ ਚੰਗੀਆਂ ਸਿੱਖਿਆਵਾਂ ਦਿੱਤੀਆਂ ਉਹਨਾਂ ਨੇ, ਬਹੁਤ ਚੰਗੇ ਕੰਮ ਵੀ ਕੀਤੇ। ਜਿਹੋ ਜਿਹੇ ਸਮਾਜ 'ਚ ਅਸੀਂ ਅੱਜ ਰਹਿ ਰਹੇ ਹਾਂ, ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਜੇ ਅਸੀਂ ਮੰਨਦੇ ਰਹੀਏ ਤੇ ਜ਼ਿਆਦਾ ਚੰਗੇ ਰਹਾਂਗੇ। ਇੱਥੇ ਕਮੀ ਰਹਿ ਗਈ ਨਾ, ਜੇ ਉਹਨਾਂ ਦੀਆਂ ਗੱਲੀਆਂ ਤੇ ਤੁਰਦੇ ਰਹਿੰਦੇ ਤਾਂ ਸ਼ਾਇਦ ਉਹ ਵੀ ਸੋਚਦੇ ਵੀ ਹਾਂ ਵੀ ਅਸੀਂ ਇੱਕ ਵਧੀਆ ਭਾਰਤ ਦਾ ਨਿਰਮਾਣ ਕਰਕੇ ਚੱਲੇ ਆ ਤੇ ਸਾਡੇ ਜਿਹੜੇ ਨਾਗਰਿਕ ਆ ਉਹ ਸਾਡੀਆਂ ਲੀਹਾਂ ਤੇ ਚੱਲਣਗੇ। ਇਹਦੇ ਨਾਲ ਭਾਰਤ ਦਾ ਹੋਰ ਵੀ ਵਧੀਆ ਬਣੂਗਾ ਹੀ ਤੇ ਨਾਲ ਸਾਡੇ ਸੁਪਨੇ ਵੀ ਸਾਕਾਰ ਹੋਣਗੇ। ਪਰ ਉਹ ਹਕੀਕਤ ਵਿੱਚ ਦਿਸਣ ਨੂੰ ਕਿਤੇ ਲੱਭ ਨਹੀਂ ਰਿਹਾ। ਅਸੀਂ ਉਹਨਾਂ ਦਾ ਸਿਰਫ ਨਾਮ ਹੀ ਵਰਤਦੇ ਹਾਂ, ਨਾ ਹੀ ਵਰਤਿਆ ਜਾ ਰਿਹਾ। ਉਹਨਾਂ ਦੇ ਜਿਹੜੇ ਪਾਏ ਪੂਰਨੇ ਤੇ ਉਹਨਾਂ ਦੀਆਂ ਲੀਹਾਂ ਤੇ ਚੱਲਣ ਦਾ ਯਤਨ ਨਾ ਹੀ ਕਦੇ ਕੀਤਾ ਤੇ ਨਾ ਹੀ ਕਰਨ ਦਾ ਯਤਨ ਕਰ ਹੀ ਰਹੇ ਆ ਕੋਈ ਜੀ। ਤੇ ਅਸੀਂ ਅੱਜ ਦਾ ਪ੍ਰੋਗਰਾਮ ਦੀ ਗੱਲ ਸ਼ੁਰੂ ਕਰੀਏ। ਬਹੁਤ ਦਿਨਾਂ ਤੋਂ ਅਸੀਂ ਪੰਜਾਬ ਦੀ ਜਿਹੜੀ ਧੁਰੀ ਆ ਕਿਸਾਨੀ, ਉਹਦੀਆਂ ਗੱਲਾਂ ਕਰਦੇ ਹਾਂ ਤੇ ਉਹ ਕਿਸਾਨ ਅੰਦੋਲਨ ਤੇ ਇਦਾਂ ਲੱਗਦਾ ਜਿੱਦਾਂ ਕਿਤੇ ਪਿੱਛੇ ਛੁੱਟ ਗਿਆ ਤੇ ਸਿਆਸੀ ਅੰਦੋਲਨ ਬਣ ਗਿਆ। ਬਿਲਕੁਲ ਜੀ। ਤੇ ਕੀ ਬਣਿਆ? ਕੱਲ ਜਿਹੜੀ ਇਹਨਾਂ ਨੇ ਇੱਕ ਯਾਤਰਾ ਸ਼ੁਰੂ ਕੀਤੀ ਸੀ, ਉਹ ਕੱਲ ਤੇ ਉੱਥੇ ਚੰਡੀਗੜ੍ਹ ਪਹੁੰਚੇ ਦੇਰ ਰਾਤ। ਬਿਲਕੁਲ ਤੇ ਕਿਹੋ ਜਿਹਾ ਸਵਾਗਤ ਹੋਇਆ ਚੰਡੀਗੜ੍ਹ 'ਚ? ਸ਼ਰਮਾ ਜੀ, ਮੈਂ ਇੱਕ ਗੱਲ ਕਹਾਂ ਜੀ, ਇਹਦੇ ਵਿੱਚ ਇਸ ਤੋਂ ਥੋੜਾ ਜਿਹਾ ਵਿਸਥਾਰ ਦੱਸਣ ਤੋਂ ਪਹਿਲਾਂ ਦੱਸਾਂ ਜੀ ਵੀ ਕਿਸਾਨੀ ਅੰਦੋਲਨ ਬਿਲਕੁਲ ਉਸੇ ਤਰ੍ਹਾਂ ਆ ਜਿਸ ਤਰੀਕੇ ਨਾਲ ਸ਼ੁਰੂਆਤ ਹੋਈ ਸੀ ਨਾ। ਤੇ ਜੇ ਆਪਾਂ ਇਹਨੂੰ ਤੁਲਨਾ ਕਰ ਦਈਏ ਵੀ ਜਿਵੇਂ ਸੁਸ਼ਾਂਤ ਰਾਜਪੂਤ ਦੀ ਜਿਹੜੀ ਇਨਸਾਫ ਦਿਵਾਉਣ ਦੀ ਸ਼ੁਰੂਆਤ ਹੋਈ ਸੀ, ਉਹ ਕਿਤੇ ਲੱਭਦਾ ਹੀ ਨਹੀਂ ਮਾਮਲਾ ਕਿੱਥੇ ਗਿਆ ਜੀ। ਇਸੇ ਤਰੀਕੇ ਨਾਲ ਕਿਸਾਨੀ ਅੰਦੋਲਨ ਜਿਹੜਾ ਸ਼ੁਰੂ ਹੋਇਆ ਸੀ, ਉਹ 3 ਵੱਡੇ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ, ਉਹਨਾਂ ਦੇ ਵਿਰੋਧ ਲੈ ਕੇ ਸ਼ੁਰੂ ਹੋਇਆ ਸੀ ਜੀ। ਪਰ ਇਸ ਵੇਲੇ ਤਾਂ ਹਰੇਕ ਬੰਦਾ, ਹਰੇਕ ਪਾਰਟੀ ਆਪੋ ਆਪਣੀ ਡਫਲੀ ਵਜਾ ਰਿਹਾ। ਕੋਈ ਸੜਕਾਂ 'ਤੇ ਤੁਰਿਆ ਫਿਰਦਾ, ਕੋਈ ਮਾਰਚ ਕੱਢ ਰਿਹਾ, ਕੋਈ ਕਹਿੰਦਾ ਜੀ ਮੈਂ ਸੁਪਰੀਮ ਕੋਰਟ ਜਾਣਾ, ਕੋਈ ਕਹਿੰਦਾ ਮੈਂ ਰਾਸ਼ਟਰਪਤੀ ਨੂੰ ਮਿਲਣਾ, ਕੋਈ ਕਹਿੰਦਾ ਰਾਜਪਾਲ ਨੂੰ ਮਿਲਣਾ। ਇਹ ਸਾਰੇ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਹੁਣ ਇਸ ਵੇਲੇ ਸਿਆਸਤ ਜਿਹੜੀ ਆ ਕਿਸਾਨ ਅੰਦੋਲਨ 'ਤੇ ਭਾਰੂ ਹੁੰਦੀ ਜਾ ਰਹੀ ਆ ਜੀ। ਤਕਰੀਬਨ ਕਿਸਾਨ ਅੰਦੋਲਨ ਜੇ ਆਪਾਂ ਦੇਖੀਏ ਤਾਂ ਉਹ ਪਟੜੀਆਂ 'ਤੇ ਬੈਠੇ ਜਿਹੜੇ ਬੰਦੇ ਭੁੱਖਣ ਭਾਣੇ ਵੀ, ਜਿਹਨਾਂ ਨੂੰ ਲੰਗਰ ਉੱਥੇ ਵੀ ਮਿਲ ਰਿਹਾ, ਪਰ ਕਈਆਂ ਨੇ ਘਰ ਛੱਡਿਆਂ ਨੂੰ ਵੀ ਕਈ ਦਿਨ ਹੋ ਗਏ ਆ। ਪਟੜੀਆਂ 'ਤੇ ਮੋਰਚੇ ਲਾ ਕੇ ਬੈਠੇ ਹੋਏ ਆ, ਉਹਨਾਂ ਦੀ ਬੀਬੀਆਂ ਵੀ ਉੱਥੇ ਆ, ਬੱਚੇ ਵੀ ਛੋਟੇ ਛੋਟੇ ਆ। ਉਹਨਾਂ ਦੀ ਤਾਂ ਕਿਤੇ ਆਵਾਜ਼ ਦਿਖਦੀ ਨਹੀਂ। ਪਰ ਹਾਂ ਇਹ ਜ਼ਰੂਰ ਆ ਵੀ ਵੱਡੀਆਂ ਗੱਡੀਆਂ ਦੇ ਵਿੱਚ ਮਾਰਚ ਕਰਕੇ ਤੇ ਆਪਾਂ ਜੇ ਕਹੀਏ ਵੀ ਕਿਸਾਨ ਮਾਰਚ ਲੈ ਕੇ ਚੱਲੇ ਆ, ਤੇ ਉਹਦੇ ਵਿੱਚ ਜੇ ਕਈ ਸਵਾਲ ਇਹੋ ਜਿਹੇ ਵੀ ਉੱਠੇ ਆ ਵੀ ਇਹਨਾਂ ਦੇ ਵਿੱਚੋਂ ਦੱਸੋ ਵੀ ਜਿਹੜੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਗਏ, ਇਹਨਾਂ ਦੇ ਵਿੱਚ ਕਿਸਾਨ ਕਿਹੜੇ ਆ? ਜਿਹੜੇ ਅਸਲੀ ਕਿਸਾਨ ਜਿਹਨੂੰ ਕਹਿੰਦੇ ਆ, ਜਿਹੜੇ ਉੱਥੇ ਬੈਠੇ ਆ ਪਟੜੀਆਂ 'ਤੇ, ਉਹ ਤਾਂ ਮੰਨਿਆ ਜਾ ਸਕਦਾ ਵੀ ਉਸ ਕਿਸਾਨ ਲੈਵਲ 'ਤੇ ਆ ਜਾਂਦੇ ਆ। ਪਰ ਇਹਨਾਂ ਦੇ ਵਿੱਚ ਜੇ ਆਪਾਂ ਦੇਖੀਏ ਵੀ ਸ਼ਾਹੀ ਗੱਡੀਆਂ ਦੇ ਵਿੱਚ ਜਾਣਾ, ਉਹ ਕੋਈ ਕਿਸਾਨ ਨਹੀਂ ਹੈਗਾ। ਦੂਸਰਾ, ਇਹਨਾਂ ਨੇ ਜਿਹੜਾ ਬਹੁਤ ਲੰਮਾ ਮਾਰਚ 3 ਤਖ਼ਤਾਂ ਤੋਂ ਲੈ ਕੇ ਚੱਲੇ ਸੀਗੇ, ਉਹ ਕਾਫੀ ਦੇਰ, ਕਿਉਂਕਿ ਰਾਹਾਂ ਦੇ ਵਿੱਚ ਸਵਾਗਤ ਵੀ ਹੋਣਾ ਸੀਗਾ, ਹਾਰ ਵੀ ਪੈਣੇ ਸੀਗੇ, ਕਈਆਂ ਨੇ ਉਸ ਗੱਡੀ ਦੇ ਉੱਪਰ ਚੜ੍ਹਨਾ ਵੀ ਸੀਗਾ। ਕਿਉਂ ਪ੍ਰਧਾਨ ਸਾਹਿਬ ਸੀਗੇ, ਪ੍ਰਧਾਨ ਸਾਹਿਬ ਦੇ ਨਾਲ ਹਰੇਕ ਨੂੰ ਤੁਹਾਨੂੰ ਪਤਾ ਵੀ ਫੋਟੋ ਲਹਾਉਣ ਦੀ ਕਾਹਲ ਹੁੰਦੀ ਆ, ਤਾਂਘ ਹੁੰਦੀ ਆ ਵੀ ਮੇਰੀ ਵੀ ਫੋਟੋ ਲਿਖ ਜਾ, ਮੈਂ ਵੀ ਹਾਜ਼ਰੀ ਭਰਦੇ ਆ ਵੀ ਹਾਂ ਵੀ ਮੈਂ ਵੀ ਸ਼ਾਮਲ ਸੀਗਾ ਜੀ ਤੁਹਾਡੀ ਮਾਰਚ ਦੇ ਵਿੱਚ। ਤੇ ਉਸ ਕਾਹਲੀ ਲੋਕਾਂ ਨੂੰ, ਵਰਕਰਾਂ ਨੂੰ ਕਾਹਲੀ ਇਸ ਗੱਲ ਦੀ ਸੀਗੀ, ਪਰ ਇਹਨਾਂ ਨੂੰ ਕੋਈ ਕਾਹਲੀ ਨਹੀਂ ਸੀ ਵੀ ਇਹਨਾਂ ਨੇ ਜਾ ਕੇ ਰਾਜਪਾਲ ਨੂੰ ਮਿਲਣਾ ਸੀਗਾ ਚੰਡੀਗੜ੍ਹ। ਇਹ ਜੇ ਸਵੇਰ ਦੇ 8 ਵਜੇ ਦਾ ਪ੍ਰੋਗਰਾਮ ਸੀ, 9 9:30 ਚੱਲੇ ਆ, ਦੇਰ ਰਾਤ ਤੱਕ ਜੀਰਕਪੁਰ ਜਾ ਕੇ ਜੀ ਇਹਨਾਂ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਡੱਕ ਲਿਆ ਜੀ। ਰੋਕਾਂ ਵਗੈਰਾ ਲਾਈਆਂ, ਉੱਥੇ ਕਾਫੀ ਝੜਪਾਂ ਹੋਈਆਂ, ਲਾਠੀਚਾਰਜ ਵੀ ਕਰਨਾ ਪਿਆ ਉੱਥੇ। ਪਰ ਮੈਨੂੰ ਲੱਗਦਾ ਨਹੀਂ ਵੀ ਕਿਸੇ ਵੱਡੇ ਲੀਡਰ ਦੇ ਲਾਠੀ ਪਈ ਆ। ਉਹ ਵਿਚਾਰੇ ਰਗੜੇ ਤੇ ਉਹ ਵਰਕਰ ਹੀ ਜਾਂਦੇ ਆ, ਜਿਨ੍ਹਾਂ ਦੇ ਲਾਠੀਆਂ ਪੈਣ ਵਾਲੇ ਉਹ ਵਰਕਰ ਹੀ ਹੁੰਦੇ ਆ। ਇਹ ਵੱਖਰੀ ਗੱਲ ਹੈ ਵੀ ਕੱਲ ਜਿਹੜੀ ਲਾਠੀ ਉੱਥੇ ਆਪਣੇ ਹਾਥਰਸ ਜਾਂਦੇ ਤੇ ਰਾਹੁਲ ਦੇ ਪਈ ਸੀ, ਉਹ ਜ਼ਰੂਰ ਆਪਣੀ ਬਾਂਹ ਤੇ ਆਪਣੀ ਭੈਣ ਨੂੰ ਦਿਖਾ ਰਿਹਾ ਸੀਗਾ ਵੀ ਮੇਰੇ ਡੰਡਾ ਵੱਜਾ ਆ, ਸੱਟ ਲੱਗੀ। ਹਾਂ, ਤੇ ਪਰ ਉਹਨਾਂ ਦੇ ਵਰਕਰ ਜਿਹੜੇ ਆ, ਉਹਨਾਂ ਦੇ ਵੀ ਕਾਫੀ ਡੰਡੇ ਲੱਗੇ ਤੇ ਲਹੂ ਵਗੈਰਾ, ਉਹਨਾਂ ਦੀ ਫੋਟੋ ਜਿਹੜੀਆਂ ਪਾਈਆਂ ਸੀ ਆਮ ਮੀਡੀਆ 'ਚ ਤਾਂ ਨਹੀਂ ਆਈਆਂ। ਪਰ ਇਸੇ ਤਰੀਕੇ ਨਾਲ ਕੱਲ੍ਹ ਜੇ ਆਪਾਂ ਦੇਖੀਏ, ਦੇਰ ਰਾਤ ਪਹੁੰਚੇ, ਜਿਸ ਮਕਸਦ ਲਈ ਗਏ ਸੀ ਇਹ ਵੀ ਅਸੀਂ ਰਾਜਪਾਲ ਨੂੰ ਮੰਗ ਪੱਤਰ ਦੇਣਾ ਰਾਸ਼ਟਰਪਤੀ ਵਾਸਤੇ। ਪਰ ਮੈਂ ਇੱਕ ਬਹੁਤ ਵਧੀਆ ਕਿਸੇ ਨੇ ਲਿਖਿਆ ਬਈ ਸਿੱਖਿਆ ਮੰਤਰੀ ਦੀ ਸ਼ਿਕਾਇਤ ਪ੍ਰਿੰਸੀਪਲ ਕੋਲ ਨਹੀਂ ਕੀਤੀ ਜਾਂਦੀ। ਇਹ ਬੜਾ ਵਧੀਆ ਲੱਗਾ ਮੈਨੂੰ ਵੀ ਸ਼ਿਕਾਇਤ ਤਾਂ ਤੁਸੀਂ ਕਰਨੀ ਪ੍ਰਧਾਨ ਮੰਤਰੀ ਦੀ, ਜਿਹਨੇ ਕਾਨੂੰਨ ਪਾਸ ਕੀਤੇ ਜੀ। ਰਾਸ਼ਟਰਪਤੀ ਕੋਲ ਗਏ ਸੀਗੇ, ਦਸਤਖਤ ਨਾ ਕਰ, ਉਹਨੇ ਵੀ ਕਰ ਦਿੱਤੇ। ਹੁਣ ਜੇ ਕਹੀਏ ਵੀ ਪ੍ਰਧਾਨ ਮੰਤਰੀ ਦੀ ਸ਼ਿਕਾਇਤ ਤੁਸੀਂ ਰਾਜਪਾਲ ਰਾਹੀਂ ਰਾਸ਼ਟਰਪਤੀ ਕੋਲ ਪਹੁੰਚਾਓ, ਇਹ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਲਝਣ ਪੈਦਾ ਕਰਨ ਵਾਲੀ ਗੱਲ ਆ। ਵੀ ਜੇ ਤੁਸੀਂ ਕੁਛ ਕਰਨਾ ਹੀ ਆ
ਤਾਂ ਸੈਂਟਰ 'ਚ ਜਾ ਕੇ ਸਿੱਧਾ ਪ੍ਰਧਾਨ ਮੰਤਰੀ ਨੂੰ ਮਿਲੋ, ਸਿੱਧਾ ਰਾਸ਼ਟਰਪਤੀ ਨੂੰ ਮਿਲੋ, ਜਿੱਥੇ ਗੱਲ ਬਣਦੀ ਜਾਇਜ਼ ਆ। ਐਡਾ ਵੱਡਾ ਕਾਫਲਾ ਲੈ ਕੇ ਜਾਣਾ, ਚੰਡੀਗੜ੍ਹ ਵਿੱਚ ਸ਼ਹਿਰ ਦੇ ਵਿੱਚ ਦਾਖਲ ਹੋਣਾ, ਉੱਥੇ ਅੱਧੀ ਰਾਤ ਤੱਕ ਧਰਨੇ ਦੇਣੇ, ਮੁੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ, ਰਿਹਾ ਕਰ ਦੇਣਾ। ਚਲੋ ਉਹਦੇ ਇੱਕ ਫਾਰਮੈਲਿਟੀ ਹੁੰਦੀ ਹੈ, ਕਰ ਦਿੱਤਾ ਉਹਨਾਂ ਧਾਰਾ 144 ਲਾ ਤੇ ਕੇਸ ਕੁਛ ਪਾਤਾ ਜੀ। ਪਰ ਜੇ ਇਹਨਾਂ ਦੇ ਵਿੱਚ ਇੱਕ ਮੁੱਠਤਾ ਉਹੀ ਗੱਲ ਆ ਗਈ ਆਪਣੇ ਦੇ ਵਿੱਚ, ਜਿੰਨਾ ਚਿਰ ਇੱਕ ਮੁੱਠਤਾ ਨਹੀਂ ਆਉਂਦੀ ਆ, ਜੇ ਇਸ ਗੱਲ ਨੂੰ ਹਾਸਲ ਕਰਨ ਚੱਲੇ ਆ ਉਹ ਗੱਲ ਹੋਰ ਦੂਰ ਹੋਈ ਜਾਂਦੀ ਹੈ। ਕਿਸਾਨਾਂ ਦਾ ਮਸਲਾ ਜਿਹੜਾ ਉਹ ਉੱਥੇ ਖੜਾ ਆ। ਹਜੇ ਤੱਕ ਮੈਨੂੰ ਨਹੀਂ ਲੱਗਦਾ ਵੀ ਹਾਂ ਜ਼ਰੂਰ ਇਹ ਕਹਿਣਗੇ ਦੇਖਿਆ ਜੀ ਅਸੀਂ ਤਾਂ ਕਾਨੂੰਨ ਬਦਲਾਤਾ, ਅਸੀਂ ਤਾਂ ਰੱਦ ਕਰਵਾ ਕੇ ਆ ਗਏ ਆ ਜੀ, ਪਰ ਉਹ ਇਹਨਾਂ ਸੜਕਾਂ ਦੇ ਉੱਤੇ ਘੁੰਮਣ ਨਾਲ ਜਾਂ ਇਸ ਤਰੀਕੇ ਨਾਲ ਮਾਰਚ ਕਰਨ ਨਾਲ ਜੇ ਕੋਈ ਹਾਸਲ ਹੁੰਦਾ ਤਾਂ ਫਿਰ ਬਹੁਤ ਕੁਝ ਹਾਸਲ ਕਰ ਸਕਦੇ ਸੀਗੇ ਜੀ। ਜੀ, ਇਹ ਤਾਂ ਇੱਕ ਸਿਆਸੀ ਯਾਤਰਾ ਬਣ ਗਈ। ਇਹ ਪੂਰੀ ਤਰ੍ਹਾਂ ਕਿਸਾਨਾਂ ਵਾਲਾ ਕੋਈ ਗੱਲ ਰਹੀ ਲੱਭਦਾ ਨਹੀਂ। ਮੈਂ ਦੱਸਿਆ ਤੁਹਾਨੂੰ ਵੀ ਉਹ ਲਗਜ਼ਰੀ ਗੱਡੀਆਂ ਦੇ ਵਿੱਚ ਗਏ ਆ, ਬੜੀਆਂ ਸ਼ਾਹੀ ਗੱਡੀਆਂ ਵਿੱਚ ਗਏ ਆ, ਉਹਨਾਂ ਦੇ ਵਿੱਚ ਆਪੇ ਆਮ ਲੋਕ ਹੀ ਸਵਾਲ ਕਰਦੇ ਆ ਵੀ ਇਹਨਾਂ 'ਚ ਦੱਸੋ ਜੀ ਕਿਸਾਨ ਕਿਹੜੇ ਸੀਗੇ। ਇੱਕ ਉਹਦੇ 'ਚ ਹੋਰ ਵੀ ਗੱਲ ਦੇਖਣ ਨੂੰ ਸਾਹਮਣੇ ਆਈ ਕਿ ਗੱਡੀਆਂ ਦੇ ਉੱਤੇ ਝੰਡੇ ਜਿਹੜੇ ਦੋ ਲੱਗੇ ਹੋਏ ਸੀ, ਇੱਕ ਪਾਰਟੀ ਦਾ ਝੰਡਾ ਸੀ ਤੇ ਦੂਜਾ ਕਾਲੇ ਝੰਡੇ ਜਾਂ ਕਿਸਾਨੀ ਅੰਦੋਲਨ ਇਹ ਵਾਲੇ। ਵੀ ਇੱਕ ਨਵੀਂ ਗੱਲ, ਮਜ਼ੇਦਾਰ ਗੱਲ ਇਹ ਦੇਖਣ ਨੂੰ ਆਈ ਆ ਵੀ ਪਹਿਲੀ ਵਾਰ ਆ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਵੀ ਇਹਨਾਂ ਦੇ ਜਿਹੜੀਆਂ ਰਵਾਇਤੀ ਝੰਡੀਆਂ ਹੁੰਦੀਆਂ ਸੀ, ਜਿਹੜੀਆਂ ਕੇਸਰੀ ਜੀ, ਉਹ ਤਾਂ ਹੈ ਹੀ ਸੀ ਕੱਲ, ਪਰ ਉਹਦੇ ਨਾਲ ਹਰੇ ਰੰਗ ਦੀਆਂ ਜਿਹੜੀ ਕਿਸਾਨੀ ਝੰਡੀਆਂ ਜਿਹੜੀਆਂ ਆਮ ਕਿਸਾਨ ਜਥੇਬੰਦੀਆਂ ਲੈ ਕੇ ਤੁਰਦੀਆਂ ਹੁੰਦੀਆਂ ਉਹ ਜ਼ਰੂਰ ਨਾਲ ਦੇਖਣ ਨੂੰ ਮਿਲੀਆਂ। ਇਹ ਇੱਕ ਨਵੇਕਲਾ ਕੰਮ ਦਿਸਿਆ ਕੱਲ ਜਿਹੜਾ ਅਕਾਲੀ ਦਲ ਦੇ ਮਾਰਚ ਦੇ ਵਿੱਚ ਵੀ ਹਰੀਆਂ ਪੀਲੀਆਂ ਝੰਡੀਆਂ ਦੇ ਨਾਲ ਜਿਹੜੀਆਂ ਹਰੀਆਂ ਝੰਡੀਆਂ ਵੀ ਪੂਰੀਆਂ ਐਨ ਦਬਦਬਾ ਰੱਖਦੀਆਂ ਸੀਗੀਆਂ ਜੀ, ਤੇ ਕਿਤੇ ਨਾ ਕਿਤੇ ਸ਼ੋਅ ਕਰਦੇ ਆ ਵੀ ਅਸੀਂ ਪੂਰੀ ਤਰ੍ਹਾਂ ਕਿਸਾਨ ਹਿਤੈਸ਼ੀ ਹੈਗੇ ਆ ਵੀ ਅਸੀਂ ਵੀ ਮੋਰਚਾ ਮਾਰੇ ਆਉਣਾ, ਹੁਣ ਗਏ ਹੋ ਆ ਚੰਡੀਗੜ੍ਹ ਨੂੰ, ਹੁਣ ਤੁਹਾਡਾ ਕਾਨੂੰਨ ਅਸੀਂ ਰੱਦ ਕਰਾ ਕੇ ਪਿੱਛੇ ਹਟਣਾ। ਸ਼ੇਰਗਿੱਲ ਸਾਹਿਬ, ਬੜੇ ਦਿਨਾਂ ਤੋਂ ਅਸੀਂ ਇਸ ਵਿਸ਼ੇ ਤੇ ਚਰਚਾ ਕਰ ਰਹੇ ਹਾਂ ਤੇ ਜਿੰਨੀ ਵੀ ਚਰਚਾ ਹੋਵੇ ਉਨੀ ਥੋੜੀ ਆ, ਕਿਉਂਕਿ ਜਾਗਰਤੀ ਆਉਣੀ ਬਹੁਤ ਜ਼ਰੂਰੀ ਹੈ। ਇਹ ਮੁੱਕਦੀ ਨਹੀਂ ਜੀ, ਵੈਸੇ ਇਹਦੇ ਤੇ ਜਿੰਨੀ ਮਰਜ਼ੀ ਕਰ ਲਓ, ਕਿਉਂਕਿ ਇਹ ਜਿੰਨਾ ਚਿਰ ਅੰਦੋਲਨ ਜਿਸ ਤਰੀਕੇ ਨਾਲ ਤੁਰਿਆ ਹੋਇਆ, ਦੇਸ਼ ਪੱਧਰ ਤੇ ਫੈਲਿਆ ਹੋਇਆ ਆ, ਇਹਦੇ ਤੇ ਜਿੰਨੀਆਂ ਵੀ ਗੱਲਾਂ ਕਰ ਲਓ ਉਨੀਆਂ ਥੋੜੀਆਂ ਆ, ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਨਵੀਂ ਮਿਲ ਹੀ ਜਾਂਦੀ ਹੈ ਜੀ। ਸਾਨੂੰ ਇਸ ਵਿਸ਼ੇ ਤੇ ਜਦੋਂ ਤੁਸੀਂ ਸ਼ੁਰੂ ਕੀਤੀ ਉਦੋਂ ਤੋਂ ਹੀ ਸ਼ੱਕ ਸੀ, ਸ਼ੰਸ਼ਾ ਸੀ, ਸਾਨੂੰ ਸੀਗਾ ਅੰਦਾਜ਼ਾ ਕਿ ਇਹ ਜਿਹੜਾ ਅੰਦੋਲਨ ਆ ਕਿਸਾਨਾਂ ਤੋਂ ਖੋ ਕੇ ਸਿਆਸੀ ਹੋ ਜਾਊਗਾ। ਬਿਲਕੁਲ ਬਿਲਕੁਲ, ਤੇ ਉਹ ਲਗਭਗ ਲੱਗਦਾ ਇਦਾਂ ਕਿ ਹੋ ਹੀ ਗਿਆ। ਦੇਖੋ ਕਿਤੇ ਨਾ ਕਿਤੇ ਤਾਂ ਸ਼ੱਕ ਪੈਦਾ ਹੁੰਦੀ ਹੈ ਨਾ ਲੋਕਾਂ ਦੇ ਵਿੱਚ ਵੀ ਇਹ ਕਿਤੇ ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਤਾਂ ਨਹੀਂ ਖੇਡ ਰਹੀਆਂ। ਬਿਲਕੁਲ, ਮੈਂ ਉਸੇ ਗੱਲ ਤੇ ਆਉਣ ਲੱਗਾ ਸੀ ਕਿ ਜਿਹੜਾ ਇਹ ਕਿਸਾਨਾਂ ਤੋਂ ਲੈ ਕੇ ਅੰਦੋਲਨਾਂ ਨੇ ਆਪਣੇ ਕੋਲ ਲੈ ਲਿਆ ਤੇ ਹੁਣ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਇਹਨੂੰ ਕਿਤੇ ਨਾ ਕਿਤੇ ਸਾਬੋਤਾਜ ਕਰਨ ਦੀ ਕੋਸ਼ਿਸ਼ 'ਚ ਵੀ ਲੱਗਦੀਆਂ। ਦੇਖੋ ਜਿਹੜਾ ਬੰਦਾ ਪੂਰੇ ਕਰੋਨਾ ਕਾਲ ਦੇ ਵਿੱਚ ਆਪਣੇ ਫਾਰਮ ਹਾਊਸ 'ਚੋਂ ਨਿਕਲਿਆ ਨਹੀਂ ਜੀ, ਉਹ ਬੰਦਾ ਵੀ ਮੈਦਾਨ 'ਚ ਨਿੱਤਰ ਕੇ ਆ ਕੇ ਔਰ ਸ਼ਹੀਦਾਂ ਦੀ ਧਰਤੀ ਦੇ ਉੱਤੇ ਖਟਕੜ ਕਲਾਂ ਦੇ ਵਿੱਚ ਧਰਨੇ ਤੇ ਬੈਠ ਰਿਹਾ ਜੀ। ਕਰੋਨਾ ਤਾਂ ਹਜੇ ਵੀ ਚੱਲਦਾ, ਹਜੇ ਵੀ ਕੇਸ ਆਉਂਦੇ ਆ ਤੇ ਉਹਨੂੰ ਵੀ ਨਿਕਲਣਾ ਪਿਆ। ਦੂਸਰੀ ਗੱਲ ਜੇ ਆਪਾਂ ਦੇਖੀਏ ਅਕਾਲੀਆਂ ਪੱਖੋਂ ਵੀ ਪ੍ਰਧਾਨ ਸਾਹਿਬ ਜਿਹੜੇ ਨਿਕਲੇ ਆ ਉਹ ਬਹੁਤ ਦੇਰ ਬਾਅਦ ਨਿਕਲੇ ਆ ਜੀ। ਖੈਰ ਚਲੋ ਡਰ ਤਾਂ ਹਰੇਕ ਨੂੰ ਹੁੰਦਾ ਆ ਇਹਨਾਂ ਦਾ ਵੀ ਉੱਥੇ, ਕਿਉਂਕਿ ਬਾਦਲ ਪਿੰਡ ਦੇ ਵਿੱਚ ਜਿੱਥੇ ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹਿ ਰਹੇ, ਉਹਨਾਂ ਦੇ ਜਿਹੜਾ ਸਟਾਫ ਮੈਂਬਰ ਉਹਨਾਂ ਨੂੰ ਵੀ ਕਾਫੀ ਗਿਣਤੀ 'ਚ ਕਰੋਨਾ ਪੋਜ਼ਿਟਿਵ ਪਾਏ ਗਏ ਸੀਗਾ। ਡਰ ਤਾਂ ਪੈ ਹੀ ਜਾਂਦਾ ਹੁੰਦਾ, ਪਰ ਜਦੋਂ ਇਹ ਸਿਆਸਤ ਦੀ ਗੱਲ ਆਪਾਂ ਕਰੀਏ ਤੇ ਇਹ ਇਸ ਤਰੀਕੇ ਨਾਲ ਉਤਰ ਕੇ ਇੱਕਦਮ ਮੈਦਾਨ 'ਚ ਆ ਜਾਣਾ। ਮੁੜ ਕੇ ਰਾਹੁਲ ਗਾਂਧੀ ਦੀ ਵੀ ਚਰਚਾ ਇਹ ਆ ਵੀ ਪਿਛਲੀ ਵਾਰੀ ਵੀ ਮੈਂ ਦੱਸਿਆ ਸੀ ਵੀ ਉਹਨੂੰ ਵੀ ਕਿਸਾਨ ਅੰਦੋਲਨ ਕਰਕੇ ਮੈਦਾਨ 'ਚ ਕੁੱਦਣਾ ਪੈ ਰਿਹਾ ਜੀ। ਤੇ ਹੁਣ ਉਮੀਦ ਆ ਵੀ 2-3 ਦਿਨ ਦਾ ਦੌਰਾ ਉਹਦਾ ਜਿਹੜਾ ਪੰਜਾਬ ਦਾ ਆ ਉਹ ਇਸੇ ਕਿਸਾਨਾਂ ਦੇ ਵਿੱਚ ਹੀ ਚੱਲੇਗਾ ਔਰ ਉਹਦੇ ਵਿੱਚ ਲੱਗਦਾ ਵੀ ਟਰੈਕਟਰ ਮਾਰਚ ਉਹ ਵੀ ਕਰੂਗਾ ਜੀ। ਬਈ ਭਲੇ ਮਾਨਸੋ ਟਰੈਕਟਰ ਮਾਰਚ ਕਰਨ ਨਾਲ ਥੋੜੀ ਕੋਈ ਹਾਸਲ ਹੋ ਸਕਦਾ। ਟਰੈਕਟਰ ਮਾਰਚ ਤਾਂ ਜਿੰਨਾ ਕੁ ਹੈਗਾ ਉਹ ਦੇਖੋ ਦੁਨੀਆ ਇਕੱਠੀ ਕਰਨੀ ਆ, ਦੁਨੀਆ ਨੇ ਇਕੱਠੀ ਹੋਈ ਜਾਣਾ ਆ। ਸੜਕਾਂ 'ਤੇ ਤੋਰ ਕੇ ਆਮ ਬੰਦੇ ਨੂੰ ਪਰੇਸ਼ਾਨੀ ਕਰਨੀ, ਆਮ ਬੰਦੇ ਨੂੰ ਖੱਜਲ ਖੁਆਰ ਕਰਨਾ, ਉਹ ਕਿੱਡੀ ਕੁ ਅਗਲਾ ਬੰਦਾ ਸੋਚੂਗਾ ਠੀਕ ਹੈ ਤੁਹਾਡੇ ਹਮਾਇਤ ਦੀ ਗੱਲ, ਅਸੀਂ ਕਿਸਾਨੀ ਤੁਹਾਡੇ ਨਾਲ ਆ, ਪਰ ਜਿੱਥੇ ਜਾ ਕੇ ਮੰਗਣਾ ਉੱਥੇ ਮੰਗਿਆ ਜਾਵੇ। ਠੀਕ ਹੈ, ਜਿਹੜੀ ਸਰਕਾਰ ਦੀ ਹੁਣ ਰੇਲਾਂ ਰੋਕ ਕੇ ਬੈਠੇ ਆ ਜੀ, ਉਹਦਾ ਨੁਕਸਾਨ ਬਿਲਕੁਲ ਕੇਂਦਰ ਦਾ ਹੋ ਰਿਹਾ। ਕੇਂਦਰ ਨੇ ਇੱਕ ਨਵੀਂ ਗੱਡੀ ਵੀ ਚਲਾਈ ਆ ਹੁਣ ਜਨ ਸ਼ਤਾਬਦੀ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਲਈ। ਨੁਕਸਾਨ ਤਾਂ ਸੈਂਟਰ ਦਾ ਹੋ ਰਿਹਾ, ਪਰ ਜੇ ਦੇਖਿਆ ਜਾਵੇ ਤਾਂ ਪੰਜਾਬ ਦਾ ਵੀ ਆ ਜੀ, ਕਿਉਂਕਿ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਵਸਤਾਂ ਆ ਆਉਣ ਜਾਣ ਵਾਲੀਆਂ ਉਹ ਸਭ ਠੱਪ ਕੀਤੀਆਂ ਪਈਆਂ ਆ। ਆਪਾਂ ਕਿਸਾਨਾਂ ਦੇ ਨਾਲ ਖੜੇ ਆ, ਕਿਸਾਨ ਦੀ ਗੱਲ ਆਪਾਂ ਕਰਦੇ ਆ, ਕਿਸਾਨਾਂ ਦਾ ਅੰਦੋਲਨ ਵੀ ਆਪਾਂ ਕਿਸੇ ਹੱਦ ਤੱਕ ਜਾਇਜ਼ ਵੀ ਕਹਿ ਸਕਦੇ ਆ ਵੀ ਜਦੋਂ ਅਗਲਿਆਂ ਨੇ ਤੁਹਾਡੇ ਹੱਕਾਂ ਤੇ ਹੀ ਡਾਕਾ ਮਾਰਤਾ ਜੀ, ਤੁਹਾਡਾ ਭਵਿੱਖ ਹੀ ਖਤਰੇ 'ਚ ਪਾਤਾ, ਤੇ ਫਿਰ ਬੰਦਾ ਮਰਦਾ ਕੀ ਨਹੀਂ ਕਰਦਾ, ਉਸ ਗੱਲ ਤੇ ਉਤਰ ਆਉਂਦੇ ਆ। ਇਸ ਕਰਕੇ ਇਹਨਾਂ ਦਾ ਜਿਹੜਾ ਅੰਦੋਲਨ ਹੈ ਕਿਸੇ ਹੱਦ ਤੱਕ ਸਰਕਾਰ ਤੱਕ ਪਹੁੰਚਣਾ ਚਾਹੀਦੀ ਆਵਾਜ਼ ਉਸ ਤਰੀਕੇ ਨਾਲ ਕਰੋ ਤਾਂ ਕਿ ਇੱਕ ਸਰਕਾਰ ਨੂੰ ਸਮਝ ਲੱਗੇ ਵੀ ਹਾਂ ਵੀ ਇਹ ਆਪਣੇ ਹੱਕਾਂ ਲਈ ਲੜ ਰਹੇ ਆ, ਆਪਣੇ ਅਧਿਕਾਰਾਂ ਲਈ ਲੜ ਰਹੇ ਆ, ਵੀ ਅਸੀਂ ਜੋ ਕੀਤਾ ਇਹਨਾਂ ਨਾਲ ਨਜਾਇਜ਼ ਕੀਤਾ, ਵੀ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਸੀਗੀ। ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ। ਔਰ ਕਿਸਾਨਾਂ ਦਾ ਜਿਹੜਾ ਆ
ਰੇਲ ਰੋਕੋ ਅੰਦੋਲਨ ਆ ਉਹ ਅਣਮਿੱਥੇ ਸਮੇਂ ਲਈ ਆ, ਉਹ ਪਤਾ ਨਹੀਂ ਹੁਣ ਕਿੰਨੇ ਦਿਨ ਚੱਲਦਾ ਕਿੰਨੇ ਦਿਨ ਨਹੀਂ ਚੱਲਦਾ। ਤੇ ਇਹਨਾਂ ਨੇ ਵੀ ਹੁਣ ਜਿੱਦਾਂ ਕੱਲ ਅਕਾਲੀ ਦਲ ਨੇ ਵੀ ਕਹਿਤਾ ਸੀ ਜੀ ਆਰ ਪਾਰ ਦੀ ਲੜਾਈ ਹੁਣ ਕਰਾਂਗੇ ਜੀ, ਤੇ ਜੇ ਪਹਿਲਾਂ ਆਰ ਪਾਰ ਦੀ ਲੜਾਈ ਕੀਤੀ ਹੁੰਦੀ ਤਾਂ ਹੋ ਸਕਦਾ ਇੱਥੋਂ ਤੱਕ ਨੌਬਤ ਪਹੁੰਚਦੀ ਹੀ ਨਾ ਜੀ। ਇਹ ਟਰੈਕਟਰਾਂ ਦੇ ਮਾਰਚ ਕਰਨੇ ਜਾਂ ਟਰੈਕਟਰਾਂ ਨੂੰ ਅੱਗਾਂ ਲਾਉਣੀਆਂ ਤੇ ਜਿਹੋ ਜੀਆਂ ਤਰੀਕੇ ਸਾਡੀਆਂ ਸਿਆਸੀ ਪਾਰਟੀਆਂ ਅਪਣਾ ਰਹੀਆਂ, ਇਹਨਾਂ ਦੀ ਸੁਹਿਰਦਤਾ ਤੇ ਕਿਤੇ ਨਜ਼ਰ ਨਹੀਂ ਆਉਂਦੀ। ਗੱਲ ਉਹੀ ਆ ਨਾ, ਸਿਆਸਤ ਭਾਰੀ ਆ ਜੀ। ਇੱਥੋਂ ਹਰੇਕ ਗੱਲ ਚੋਂ ਸਿਆਸਤ ਲੱਭਦੇ ਆ ਬਈ ਹੁਣ ਇਹ ਮੁੱਦਾ ਇਸ ਵੇਲੇ ਪੂਰਾ ਜੋਬਨ ਤੇ ਆ ਜੀ, ਵੀ ਇਹਨੂੰ ਕੁਛ ਨਾ ਕੁਛ ਲਾਹਾ ਆਪਾਂ ਵੀ ਲੈ ਲਈਏ, ਕਿਉਂਕਿ ਸਮਾਂ ਆਉਣ ਵਾਲੇ ਸਮੇਂ ਜਦੋਂ ਹੁਣ 1.5 ਸਾਲ ਰਹਿ ਗਿਆ ਚੋਣਾਂ ਲਈ, ਤਾਂ ਉਹਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਲਾਹਾ ਲੱਭਦਾ ਆ, ਕਿਤੇ ਨਾ ਕਿਤੇ ਫਾਇਦਾ ਦਿਸਦਾ ਆ। ਹਰੇਕ ਪਾਰਟੀ ਚਾਹੁੰਦੀ ਆ ਵੀ ਮੈਂ ਇਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਕੇ ਮੈਂ ਅਗਵਾਈ ਕਰਾਂ। ਹਰੇਕ ਬੰਦਾ ਆਪਣੀ ਅਗਵਾਈ ਕਰਾਉਣੀ ਚਾਹੁੰਦਾ ਆ, ਨਾ ਕਿ ਕਿਸਾਨਾਂ ਨੂੰ ਮੂਹਰੇ ਲਾ ਰਿਹਾ। ਚੁੱਲ੍ਹੇ ਜਾਂ ਲੋਹ ਤੇ ਬਣਦੀਆਂ ਰੋਟੀਆਂ ਚੰਗੀਆਂ ਲੱਗਦੀਆਂ, ਪਰ ਜਦੋਂ ਕਿਸੇ ਦੀ ਸਮੱਸਿਆ ਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ, ਉਹਦਾ ਸਵਾਦ ਇਹ ਸਿਆਸੀ ਲੋਕਾਂ ਨੂੰ ਹੀ ਚੰਗਾ ਲੱਗਦਾ ਤੇ ਆਮ ਲੋਕ ਉਹਦੇ 'ਚ ਭੁੱਖੇ ਹੀ ਰਹਿੰਦੇ ਨੇ। ਨੁਕਸਾਨ ਹੀ ਹੁੰਦਾ, ਆਮ ਲੋਕ ਉਹਦੇ 'ਚ ਭੁੱਖੇ ਹੀ ਮਰਦੇ ਨੇ। ਬਿਲਕੁਲ ਨੁਕਸਾਨ ਹੁੰਦਾ ਜੀ। ਕਰਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਕੁਝ ਹੋਰ ਗੱਲਾਂ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਸੀ ਤੇ ਸਰਕਾਰਾਂ ਦੇ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਤੋਂ ਇਹ ਵੋਟਾਂ ਲੈਂਦੇ ਨੇ, ਜਿਨ੍ਹਾਂ ਨਾਲ ਸਾਰਾ ਕੁਝ ਇਹਨਾਂ ਦਾ ਦਾਰੋਮਦਾਰ ਸਾਰਾ ਚੱਲਦਾ ਹੈ ਤੇ ਆਮ ਜਨਤਾ ਦਾ ਢਿੱਡ ਵੀ ਉਹਨਾਂ ਤੋਂ ਭਰਦਾ ਹੈ, ਤੇ ਇਹ ਉਹਨਾਂ ਦੇ ਹੀ ਮੁੱਦੇ ਨੂੰ ਲੈ ਕੇ ਕਿੰਨੇ ਕੁ ਸੰਜੀਦਾ ਨੇ ਤੇ ਕਿਹੋ ਜਿਹੀਆਂ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਜੋ ਕੁਝ ਵੀ ਕਰ ਰਹੇ ਨੇ, ਇਹ ਸਾਰੇ ਕੁਝ ਦੀ ਤੇ ਗੱਲ ਹੋਈ। ਇੱਕ ਹੋਰ ਗੱਲ ਸਾਹਮਣੇ ਆਈ ਆ ਕਿ ਜੋ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਉਹਦੇ ਮੁਤਾਬਕ ਇਹਨਾਂ ਦਾ ਇੱਕ ਜੋ ਮੋਦੀ ਸਾਹਿਬ ਦਾ ਇੱਕ ਨਾਅਰਾ ਆ, ਜਿਹੜੀ ਇਹ ਸਰਕਾਰੀ ਨਾਅਰਿਆਂ ਦੀ ਹੈ, ਰੋਜ਼ ਨਵਾਂ ਨਾਅਰਾ ਦਿੰਦੇ ਆ ਤੇ ਉਹਦੇ ਤੇ ਫਿਰ ਪਾਲਣ ਉਹਦੇ ਤੇ ਨਹੀਂ ਕਰਦੇ ਜੀ। ਇਹ ਜਿਹੜੇ ਆਰਡੀਨੈਂਸ ਸੀ ਇਹਨਾਂ ਦੀ ਮੂਲ ਭਾਵਨਾ ਕੀ ਸੀ ਤੇ ਹਰਿਆਣਾ ਸਰਕਾਰ ਦਾ ਜਿਹੜਾ ਉਹ ਫੈਸਲਾ ਆ ਉਹ ਕਿੱਥੇ ਠਹਿਰਦਾ ਆ ਤੇ ਇਹਨਾਂ ਦੋਨਾਂ ਦੇ ਵਿੱਚ ਕੀ ਸਾਂਝ ਬੈਠਦੀ ਆ ਤੇ ਅੰਦੋਲਨ ਨੂੰ ਤੁਸੀਂ ਇਸ ਸਾਰੇ ਦੇ ਵਿੱਚ ਕਿੱਥੇ ਰੱਖਦੇ ਆ? ਪਹਿਲਾਂ ਤਾਂ ਮੈਂ ਸ਼ਰਮਾ ਜੀ ਅੰਦੋਲਨ ਦੀ ਗੱਲ ਇੱਕ ਹੋਰ ਕਰਨੀ ਚਾਹੁੰਦਾ ਆ, ਜਿਹੜੇ ਕਿਸਾਨਾਂ ਨੇ ਹੁਣ ਨਾ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਨਾ ਜੀ, ਜਿਹਦੇ ਵਿੱਚ ਰਿਲਾਇੰਸ ਦੇ ਪੈਟਰੋਲ ਪੰਪ ਆ, ਰਿਲਾਇੰਸ ਦੇ ਅਦਾਰੇ ਆ ਜਾਂ ਟੋਲ ਪਲਾਜ਼ੇ ਆ, ਇਹਨਾਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ। ਔਰ ਇਸ ਹੱਦ ਤੱਕ ਗੁੱਸਾ ਉਹਨਾਂ ਦੇ ਵਿੱਚ ਭਰ ਗਿਆ ਬਈ ਇਹਨਾਂ ਨੇ ਹੀ ਸਾਡੀਆਂ ਜ਼ਮੀਨਾਂ ਗਾਹਾਂ ਆ ਕੇ ਖੋਹਣੀਆਂ ਜੀ। ਪਰ ਸਵਾਲ ਇੱਥੇ ਇਹ ਉੱਠਦਾ ਵੀ ਜੇ ਇਹਨਾਂ ਨੂੰ ਪੰਪ ਬਣਾ ਕੇ ਦਿੱਤੇ, ਅਦਾਰੇ ਟੋਲ ਪਲਾਜ਼ੇ ਇਹਨਾਂ ਦੇ ਠੇਕੇ ਦੇ ਦਿੱਤੇ ਆ, ਤੇ ਉਹ ਕਿਹਨਾਂ ਨੇ ਦਿੱਤੇ ਸੀ ਜੀ? ਉਹ ਸਰਕਾਰਾਂ ਨੇ ਦਿੱਤੇ ਸੀ। ਹੁਣ ਇਹਦੇ ਨਾਲ ਇੱਕ ਹੋਰ ਗੱਲ ਮੈਂ ਜੋੜਨੀ ਚਾਹੁੰਦਾ ਵੀ ਜਿਹੜਾ ਮੋਗੇ ਦੇ ਵਿੱਚ ਜਿਹੜਾ ਸੀਲੋ ਜਿਹੜਾ ਗੋਦਾਮ ਬਣਾਇਆ ਅਡਾਨੀ ਨੇ, ਉਹ ਮੈਂ ਕਿਤੇ ਪੜ੍ਹਦਾ ਸੀਗਾ, ਉਹ ਅੱਜ ਦਾ ਨਹੀਂ ਹੈਗਾ ਜੀ, ਉਹ 13-14 ਸਾਲ ਪੁਰਾਣਾ। ਬਿਲਕੁਲ। ਤੇ ਜੇ 13-14 ਸਾਲ ਪੁਰਾਣਾ ਤੇ ਕਿਹੜਾ ਕੁਰਸੀ ਤੇ ਇਕੱਲਾ ਇੱਕੋ ਹੀ ਬੰਦਾ ਹੁਣ ਜਿਹੜਾ ਕੈਪਟਨ ਬੈਠਾ ਇਹ ਬੈਠਾ ਆ? ਬਿਲਕੁਲ। ਤੋਂ ਪਹਿਲਾਂ ਵੀ ਤਾਂ ਕੁਰਸੀ ਤੇ ਬੈਠੇ ਸੀ ਜੀ, ਉਦੋਂ ਪਹਿਲਾਂ ਵੀ ਬੈਠੇ ਸੀਗੇ, ਬਦਲਦੇ ਆਏ ਆ। ਤੇ ਕੀ ਉਹਨੂੰ ਇਸ ਤਰੀਕੇ ਨਾਲ ਇਜਾਜ਼ਤ ਕਿਹਨੇ ਦਿੱਤੀ ਇੱਥੇ ਆ ਕੇ ਗੋਦਾਮ ਬਣਾਉਣ ਦੀ? ਐਡੇ ਐਡੇ ਵੱਡੇ ਵੱਡੇ ਗੋਦਾਮ ਬਣਾਉਣ ਦੀ ਇਜਾਜ਼ਤ ਕਿਹਨੇ ਦਿੱਤੀ ਆ ਜੀ? ਤੇ ਜੇ ਆਪਾਂ ਇਹਨੂੰ ਥੋੜਾ ਜਿਹਾ ਪਿੱਛੇ ਜਾਈਏ, ਸੋਚੀਏ ਵੀ ਕਿਤੇ ਨਾ ਕਿਤੇ ਆਰਡੀਨੈਂਸ ਦੀ ਨੀਂਹ ਕਿਤੇ 13-14 ਸਾਲ ਪਹਿਲਾਂ ਤੇ ਨਹੀਂ ਰੱਖ ਦਿੱਤੀ ਗਈ ਸੀ। ਜਦੋਂ ਮਨ 'ਚ ਸਵਾਲ ਤਾਂ ਆਉਂਦਾ ਨਾ ਵੀ ਜੇ ਆਪਾਂ ਅਡਾਨੀਆਂ ਨੂੰ, ਅੰਬਾਨੀਆਂ ਨੂੰ ਇੱਥੇ ਆਪਾਂ ਗੋਦਾਮ ਬਣਾਉਣ ਦੇ ਦਿੱਤੇ, ਉਹਨਾਂ ਨੂੰ ਪੰਪ ਲਵਾਉਣ ਦੇ ਦਿੱਤੇ, ਸਾਰਾ ਕੁਝ, ਫਿਰ ਉਹਨਾਂ ਦੇ ਅਦਾਰੇ ਬਣਾਤੇ, ਟੋਲ ਪਲਾਜ਼ਾ ਦੇ ਠੇਕੇ ਠੁਕੇ ਦੇ ਦਿੱਤੇ ਸਾਰੇ, ਤੇ ਕੀ ਇਹ ਨੀਂਹ ਆਪਾਂ ਉੱਥੇ ਨਹੀਂ ਸੀ ਰੱਖ ਦਿੱਤੀ ਸੀ ਕਿ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸਮੇਂ ਜਾ ਕੇ, ਚਾਹੇ ਉਹ ਹੁਣ ਮੋਦੀ ਸਰਕਾਰ ਆ ਜਾਂ ਕੋਈ ਹੋਰ ਸਰਕਾਰ ਹੁੰਦੀ, ਉਹਨੇ ਵੀ ਇਹੋ ਜਿਹੀ ਕੋਸ਼ਿਸ਼ ਕਰਨੀ ਸੀ, ਤਾਂ ਵੀ ਇਹਦਾ ਜਿਹੜਾ ਧਰਿਆ ਤਰਾਇਆ ਕੰਮ ਤਾਂ ਉੱਥੋਂ ਸ਼ੁਰੂ ਹੋ ਗਿਆ ਸੀ ਜੀ। ਹੁਣ ਉਹਨਾਂ ਮੈਂ ਗੱਲ ਤੁਹਾਡੀ ਜਿਹੜੀ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਇੱਕ ਨਾਅਰਾ ਦਿੱਤਾ ਸੀ, ਜਿਹੜਾ ਆਰਡੀਨੈਂਸ ਹੈਗਾ, ਉਹਦੀ ਮੂਲ ਭਾਵਨਾ ਕੀ ਸੀ? ਮੂਲ ਭਾਵਨਾ ਇਹ ਸੀਗੀ ਵੀ ਇੱਕ ਦੇਸ਼ ਇੱਕ ਮੰਡੀ ਜੀ, ਜਿਹੜੇ ਕਿ ਪ੍ਰਧਾਨ ਮੰਤਰੀ ਮੋਦੀ ਹੁਣੇ ਵੀ ਆਪਣੇ ਭਾਸ਼ਣ 'ਚ ਕਈ ਵਾਰੀ ਕਹਿੰਦੇ ਆਏ ਆ। ਜਿਵੇਂ ਕਿ ਇੱਕ ਦੇਸ਼ ਇੱਕ ਰਾਸ਼ਨ ਕਾਰਡ ਸ਼ੁਰੂ ਕੀਤਾ ਸੀ, ਇਸੇ ਤਰ੍ਹਾਂ ਇੱਕ ਦੇਸ਼ ਇੱਕ ਮੰਡੀ ਆ ਵੀ ਜਿਹੜਾ ਕਿਸਾਨ ਆ ਉਹ ਹਰੇਕ ਸਟੇਟ 'ਚ ਜਾ ਕੇ ਦੇਸ਼ 'ਚ ਕਿਤੇ ਵੀ ਆਪਣੀ ਉਪਜ ਵੇਚ ਸਕਦਾ ਜੀ, ਆਪਣੀ ਮਰਜ਼ੀ ਨਾਲ ਭਾਅ ਲੈ ਸਕਦਾ, ਜੋ ਪ੍ਰਧਾਨ ਮੰਤਰੀ ਦਾ ਕਹਿਣਾ ਆ ਜੀ। ਪਰ ਇਸ ਦੇ ਉਲਟ ਜੇ ਆਪਾਂ ਦੇਖੀਏ ਤਾਂ ਕੀ ਪ੍ਰਧਾਨ ਮੰਤਰੀ ਦੇ ਆਪਣੇ ਜਿਹੜੇ ਨਾਅਰੇ, ਆਪਣੇ ਜਿਹੜੇ ਆਰਡੀਨੈਂਸ ਜਾਂ ਕਾਨੂੰਨ ਆ, ਬਿੱਲ ਆ, ਉਹਦੀ ਆਪਣੀ ਪਾਰਟੀ ਵਾਲੇ ਕਿੰਨਾ ਕੁ ਅਮਲ ਕਰਦੇ ਆ ਜੀ? ਇਹਦੀ ਮਿਸਾਲ ਤਾਜ਼ੀ ਆ ਜੀ। ਬਿਲਕੁਲ। ਹਰਿਆਣੇ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ, ਉਹਨਾਂ ਨੇ ਮੈਨੂੰ ਯਾਦ ਆ 17 ਸਤੰਬਰ ਵਾਲੇ ਦਿਨ ਹੀ ਇਹ ਕਹਿਤਾ ਸੀਗਾ ਵੀ ਮੈਂ ਆਪਣੇ ਸਟੇਟ ਦੇ ਵਿੱਚ ਪੰਜਾਬ ਜਾਂ ਰਾਜਸਥਾਨ ਦਾ ਝੋਨਾ ਨਹੀਂ ਆਉਣ ਦੇਣਾ, ਨਹੀਂ ਵਿਕਣ ਦੇਣਾ ਜੀ। ਤੇ ਕੀ ਗੱਲ, ਹਰਿਆਣਾ ਜਿਹੜਾ ਦੇਸ਼ ਚੋਂ ਬਾਹਰ ਆ? ਇੱਕ ਸੋਚਣ ਵਾਲੀ ਗੱਲ ਆ ਵੀ ਉਹ ਉਸੇ ਕਾਨੂੰਨ ਲਈ ਪਾਬੰਦ ਨਹੀਂ ਹੈ ਜਿਸ ਕਾਨੂੰਨ ਦੇ ਪਾਬੰਦ ਉਹ ਪੰਜਾਬ ਨੂੰ ਬਣਾ ਰਹੇ ਆ। ਇਹ ਹਾਸੋਹੀਣੀ ਨਹੀਂ ਲੱਗਦੀ ਗੱਲ? ਬਹੁਤ ਜ਼ਿਆਦਾ ਇਹਦੇ ਤੇ ਸਵਾਲ ਉੱਠਦੇ ਆ ਵੀ ਜੇ ਇਹ ਹਰਿਆਣਾ ਇਦਾਂ ਕਰ ਸਕਦਾ, ਕੱਲ੍ਹ ਨੂੰ ਮੱਧ ਪ੍ਰਦੇਸ਼ ਇਹਨਾਂ ਦੀ ਸਰਕਾਰ ਆ, ਉਹ ਕਹੂਗੀ ਅਸੀਂ ਤਾਂ ਨਹੀਂ ਝੋਨਾ ਲੈਣਾ ਪੰਜਾਬ ਦਾ, ਆ ਕੇ ਦੇਖਣ ਕਿੱਦਾਂ ਆਉਂਦੇ ਇੱਥੇ ਕਿਸਾਨ ਜੀ।
ਦੂਸਰੇ ਦਿਨ ਇਹਦਾ ਹਿਮਾਚਲ ਵਾਲੇ ਕਹਿ ਦੇਣਗੇ ਉੱਥੇ ਵੀ ਇਹਨਾਂ ਦੀ ਭਾਜਪਾ ਦੀ ਸਰਕਾਰ ਆ ਜੀ। ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਆ, ਜੇ ਮਨੋਹਰ ਲਾਲ ਖੱਟਰ ਦੀ ਲੀਹ ਤੇ ਚੱਲਣਗੇ ਤਾਂ ਉਹ ਤਾਂ ਕਹਿਣਗੇ ਸਾਨੂੰ ਨਹੀਂ, ਅਸੀਂ ਨਹੀਂ ਵੀ ਕਿਸੇ ਦਾ ਝੋਨਾ ਲੈਣਾ, ਅਸੀਂ ਤਾਂ ਆਪਣਾ ਝੋਨਾ ਇੱਥੇ ਵੇਚਣਾ, ਸਾਡਾ ਆਪਣਾ ਨਹੀਂ ਪੂਰਾ ਹੁੰਦਾ ਜੀ। ਤਾਂ ਫਿਰ ਇਹ ਇੱਕ ਦੇਸ਼ ਇੱਕ ਮੰਡੀ ਵਾਲੀ ਜਿਹੜਾ ਨਾਰਾ ਆ ਪ੍ਰਧਾਨ ਮੰਤਰੀ ਦਾ, ਉਹ ਕਿੱਥੇ ਕੁ ਠਹਿਰਦਾ? ਫਿਰ ਇਹ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਰੀ ਗੱਲ? ਇਹ ਉਹੀ ਇਸੇ ਕਰਕੇ ਤਾਂ ਚਾਹੀ ਸਵਾਲ ਉੱਠ ਰਿਹਾ, ਜੋ ਸ਼ੰਕੇ ਜੋ ਤੌਖਲੇ ਕਿਸਾਨਾਂ ਦੇ ਮਨਾਂ ਦੇ ਵਿੱਚ ਸੀਗੇ ਪਹਿਲੇ ਦਿਨ ਤੋਂ, ਉਹ ਹੌਲੀ 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 ਕਾਰਗਰ ਅਮਲ 'ਚ ਸਿੱਧ ਹੋ ਰਹੇ ਲੱਗਦੇ ਆ ਜੀ। ਜਿੱਥੇ ਹੁਣ ਹਰਿਆਣਾ ਕਹਿ ਰਿਹਾ ਵੀ ਮੈਂ ਝੋਨਾ ਨਹੀਂ ਲੈਣਾ, ਅਗਲੀ ਸਟੇਟ, ਤੀਜੀ ਸਟੇਟ, ਦੂਜੀ ਸਟੇਟ, ਜਿੰਨੇ ਵੀ ਸਟੇਟਾਂ ਕਹਿਣਗੀਆਂ, ਤਾਂ ਉਹਨਾਂ ਦਾ ਤੌਖਲਾ ਇਹੀ ਆ ਨਾ ਵੀ ਤੁਸੀਂ ਸਾਡੀਆਂ ਮੰਡੀਕਰਨ ਸਿਸਟਮ ਤਾਂ ਖਤਮ ਕਰ ਰਹੇ ਆ, ਸਾਨੂੰ ਕਹਿ ਰਹੇ ਤੁਸੀਂ ਕਿਸੇ ਹੋਰ ਸਟੇਟ 'ਚ ਜਾ ਕੇ ਵੇਚੋ। ਹੁਣ ਪੰਜਾਬ ਨੂੰ ਜੇ ਦੇਖੀਏ ਤਾਂ ਸਭ ਤੋਂ ਨੇੜਲਾ ਸਟੇਟ ਤਾਂ ਹਰਿਆਣਾ ਪੈਂਦਾ ਨਾ ਜੀ। ਤੇ ਜੇ ਹਰਿਆਣੇ ਵਾਲੇ ਨੇ ਨਾ ਕਰਤੀ ਤਾਂ ਹਰਿਆਣੇ ਟੱਪ ਕੇ ਗਾਹਾਂ ਦਿੱਲੀ ਜਾਊਗਾ, ਉਹ ਤੋਂ ਗਾਹਾਂ ਯੂਪੀ ਜਾਊਗਾ, ਤਾਂ ਉਹ ਕਿੱਥੋਂ ਜਾਣ ਦੇਣਗੇ ਜੀ? ਕਿੱਥੋਂ ਲੰਘ ਕੇ ਜਾ ਕੇ ਵੇਚਣਗੇ ਉਹ ਜੀ। ਉਸ ਇਹ ਤੌਖਲੇ ਉਹਨਾਂ ਦੇ ਮਨ 'ਚ ਸੀਗੇ, ਜਿਨ੍ਹਾਂ ਨੂੰ ਉਹ ਦੂਰ ਕਰਨ ਦੀ ਕਹਿੰਦੇ ਸਾਡਾ ਇਹ ਤੌਖਲੇ ਜਿਹੜੇ ਇਹ ਸਾਡੇ ਸ਼ੰਕੇ ਦੂਰ ਕਰ ਦਿਓ, ਫਿਰ ਜੇ ਤਾਂ ਤੁਸੀਂ ਕਹੋਗੇ ਕਰ ਲਾਂਗੇ। ਇਹ ਤਾਂ ਸ਼ੰਕੇ ਦੂਰ ਨਹੀਂ ਕੀਤੇ। ਹੁਣ ਉਹ ਹੌਲੀ ਹੌਲੀ ਗੱਲ ਸਾਹਮਣੇ ਜਿਹੜੀ ਉਜਾਗਰ ਹੋ ਰਹੀ ਆ, ਜਿਹਦੇ ਤੋਂ ਕਿਸਾਨਾਂ ਦੇ ਵਿੱਚ ਜਿਹੜਾ ਡਰ ਸੀ ਪਹਿਲਾਂ, ਉਹ ਹੋਰ ਵੱਧ ਜਾਣਾ। ਇਸ ਤਰੀਕੇ ਨਾਲ ਜਿਹੜਾ ਬਿਆਨ ਜਿਹੜੇ ਆ ਵੀ ਅਸੀਂ ਨਹੀਂ ਲੈਣਾ ਕੋਈ ਵੀ ਤੁਹਾਡੀ ਉਪਜ ਪੰਜਾਬ ਦੀ, ਉਹਦੇ ਨਾਲ ਕਿਸਾਨਾਂ 'ਚ ਹੋਰ ਡਰ ਪੈਦਾ ਕਰਦੇ ਆ ਜੀ। ਉਹ ਸ਼ਾਂਤ ਹੋਣ ਦੀ ਬਜਾਏ ਹੋਰ ਸਮਾਂ ਰੋਹ 'ਚ ਆਉਂਦੇ ਆ ਜੀ। ਭਾਵੇਂ ਅਮਲੀ ਰੂਪ ਦੇ ਵਿੱਚ ਕਿਸੇ ਪੰਜਾਬ ਦੇ ਕਿਸਾਨ ਨੇ ਹਰਿਆਣੇ ਨੂੰ ਝੋਨਾ ਵੇਚਣ ਨਹੀਂ ਜਾਣਾ, ਪਰ ਸਰਕਾਰ ਦੇ ਫੈਸਲੇ ਨੂੰ, ਕੇਂਦਰ ਸਰਕਾਰ ਦੇ ਫੈਸਲੇ ਨੂੰ, ਸੈਂਟਰ ਸਰਕਾਰ ਦੇ ਫੈਸਲੇ ਨੂੰ ਉਹਨਾਂ ਦੇ ਹੀ ਆਪਣੀ ਪਾਰਟੀ ਦੀ ਸਰਕਾਰ ਇੱਕ ਰਾਜ ਦੇ ਵਿੱਚ ਗਲਤ ਸਾਬਤ ਕਰ ਰਹੀ ਹੈ। ਨਹੀਂ ਜਾਣਾ ਤਾਂ ਨਹੀਂ ਆਪਾਂ ਕਹਿ ਸਕਦੇ ਨਹੀਂ ਜਾਣਾ, ਕਿਉਂਕਿ ਮਾਲਵੇ ਦੇ ਵਿੱਚ ਮੰਡੀ ਡੱਬ ਵਾਲੀ, ਕਾਲਾਂ ਵਾਲੀ ਜਿਹੜੇ ਆਪਸ ਸਟੇਟ ਦੇ ਹਰਿਆਣਾ ਪੰਜਾਬ ਦੇ ਲੱਗਦੇ ਨਾ, ਉੱਥੇ ਮੈਕਸਿਮਮ ਬਹੁਤ ਐਕਸੈਪਸ਼ਨਲ ਜਿਹਾ ਕੇਸ ਹੈ, ਮਾਲਵੇ ਬਹੁਤ ਕਿਤੇ ਵਾਲੇ ਖੇਤਰ 'ਚ ਹੋਏਗਾ, ਉੱਥੇ ਜਾਂਦੇ ਆ ਆਮ ਕਰਕੇ। ਤਾਂ ਇੱਧਰ ਕਿਉਂਕਿ ਭਾਅ ਜ਼ਿਆਦਾ ਮਿਲਦਾ ਹੁੰਦਾ, ਤਾਂ ਯੂਪੀ ਵਾਲੇ ਤੇ ਰਾਜਸਥਾਨ ਵਾਲੇ ਮਤ ਉਹ ਆ ਕੇ ਪੰਜਾਬ 'ਚ ਵੇਚਦੇ ਆ ਚੋਰੀ ਛਿਪੇ, ਜਿਹੜੇ ਕਿ ਆਰਡਰ ਰਹੇ ਉਹਨਾਂ ਨੂੰ ਇਹ ਕਰ ਨਹੀਂ ਸਕਦੇ ਇੱਦਾਂ। ਪਰ ਜੇ ਆਪਾਂ ਫੇਰ ਵੀ ਦੇਖਿਆ ਜਾਵੇ ਨਾ ਵੀ ਵੇਚਣਾ ਹੋਵੇ ਜੀ, ਜਦ ਆਪਣੇ ਕੋਲ ਮੰਡੀਕਰਨ ਸਿਸਟਮ ਹੀ ਖਤਮ ਕਰ ਦੇਣਾ ਜੀ। ਪੰਜਾਬ 'ਚ ਮੰਡੀ ਖਤਮ ਹੋ ਗਈ, ਸਿਸਟਮ ਖਤਮ ਹੋ ਗਿਆ, ਤਾਂ ਫਿਰ ਕਿਸਾਨਾਂ ਦੀ ਉਪਜ ਜਿਹੜੀ ਪੰਜਾਬ 'ਚ ਨਾ ਖਰੀਦੀ ਗਈ, ਨਾ ਵਿਕੀ, ਤਾਂ ਫਿਰ ਉਹਨਾਂ ਨੇ ਮੂੰਹ ਤਾਂ ਫਿਰ ਦੂਜਾ ਰਾਜਾਂ 'ਚ ਕਰਨਾ ਹੀ ਆ ਜੀ। ਤੇ ਦੂਜੇ ਰਾਜਾਂ 'ਚ ਜਾਣ ਲੱਗੇ ਅਗਲੇ ਕਹਿਣਗੇ ਵੀ ਅਸੀਂ ਤਾਂ ਨਹੀਂ ਬਣ ਦਿੰਦੇ ਇੱਥੇ ਜੀ, ਤੇ ਫਿਰ ਅਗਲਾ ਬੰਦਾ ਕਿੱਧਰ ਜਾਊ? ਗੱਲ ਤੁਹਾਡੀ ਜਿੰਨੀ ਆ ਉਹ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਜੋ ਸਿਸਟਮ ਸੀਗਾ, ਹਾਲਾਂਕਿ ਸਰਕਾਰ ਵੀ ਕਹਿੰਦੀ ਸੀ ਕਿ ਇਹ ਸਿਸਟਮ ਨੂੰ ਆਪਾਂ ਬੰਦ ਨਹੀਂ ਕਰਦੇ, ਮੰਡੀਆਂ ਵੀ ਬੰਦ ਨਹੀਂ ਕਰਾਂਗੇ, ਕੁਝ ਨਹੀਂ ਕਰਾਂਗੇ, ਪਰ ਜਵਾਨੀ ਆ ਨਾ, ਜਵਾਨੀ। ਪਰ ਜਿਹੜੀ ਉਹਨਾਂ ਦੀ ਇੱਕ ਪੁਆਇੰਟ ਉਹਨਾਂ ਨੇ ਫੜਿਆ ਸੀ ਕਿ ਇੱਕ ਦੇਸ਼ ਇੱਕ ਮੰਡੀ, ਤੇ ਫਿਰ ਹਰਿਆਣਾ ਉਸ ਦੇ ਵਿੱਚੋਂ ਬਾਹਰ ਨਿਕਲ ਗਿਆ ਉਹਨਾਂ ਦੀ ਆਪਣੀ ਸਰਕਾਰ ਦੇ ਬਾਵਜੂਦ। ਬਿਲਕੁਲ ਉਹਨਾਂ ਦੀ ਆਪਣੀ ਸਰਕਾਰ ਆ, ਔਰ ਇਹ ਵੀ ਨਹੀਂ ਹੈਗਾ ਵੀ ਉਹਨਾਂ ਦੀ ਆਪਣੀ ਸਰਕਾਰ, ਜਿਹੜਾ ਉਹਨਾਂ ਦੇ ਭਾਈਵਾਲ ਆ, ਜਿਹੜੀ ਚੌਟਾਲਾ ਗਰੁੱਪ ਆ ਜਿਹੜਾ, ਜਿਹਦੇ ਵਿੱਚ ਉਹਦਾ ਉਪ ਮੁੱਖ ਮੰਤਰੀ ਬਣਿਆ ਹੋਇਆ ਦੁਸ਼ਯੰਤ ਚੌਟਾਲਾ। ਚੌਟਾਲਾ ਪਰਿਵਾਰ ਆ, ਚੌਟਾਲਾ ਦੀ ਪਾਰਟੀ ਜਿਹੜੀ ਆ, ਉਹ ਕਿਸਾਨਾਂ ਦੀ ਪੂਰੀ ਹਿਤੈਸ਼ੀ ਕਿਸਾਨ ਦੇ ਵਿੱਚੋਂ ਨਿਕਲੀ ਆ, ਤੇ ਜੇ ਉਹ ਨਾਲ ਰਲੀ ਉਹਨਾਂ ਦੇ, ਇਹੀ ਕਾਰਨ ਆ ਵੀ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਹੁਣ ਉੱਥੇ ਸਿਰਸੇ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ ਜੀ ਆਉਂਦੇ ਦਿਨਾਂ ਦੇ ਵਿੱਚ ਕਿਸਾਨਾਂ ਦਾ, ਜਿਹਦੇ ਵਿੱਚ ਉਹ ਉੱਥੋਂ ਦੇ ਜਿਹੜੇ ਇੱਕ ਤਾਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਇੱਕ ਬਿਜਲੀ ਮੰਤਰੀ ਰਣਜੀਤ ਸਿੰਘ ਆ ਜੀ, ਇਹਨਾਂ ਦੋਨਾਂ ਨੂੰ ਉਹਨਾਂ ਨੇ ਉਹਦੇ ਵਿੱਚੋਂ ਕੱਢਣ ਲਈ ਦਬਾਅ ਪਾਉਣਾ ਵੀ ਤੁਸੀਂ ਇਹਨਾਂ ਦਾ ਸਾਥ ਛੱਡ ਦਿਓ, ਜਿਵੇਂ ਅਕਾਲੀਆਂ ਨੇ ਭਾਜਪਾ ਦਾ ਸਾਥ ਛੱਡਿਆ ਜੀ। ਤੇ ਇਹੋ ਜਿਹੀ ਸਥਿਤੀ ਹਰਿਆਣੇ ਦੇ ਵਿੱਚ ਵੀ ਬਣਨੀ ਸ਼ੁਰੂ ਹੋ ਗਈ ਆ, ਕਿਉਂਕਿ ਇਹਨਾਂ ਦਾ ਸਿਰਸੇ ਜਿਹੜਾ ਇਕੱਠ ਹੋਣਾ ਆ, ਉਹ ਇੱਕ ਕਿਸਮ ਨਾਲ ਇਸੇ ਇੱਕ ਤਰੀਕੇ ਨਾਲ ਚੌਟਾਲਿਆਂ ਦਾ ਘਿਰਾਓ ਕਰਨ ਲਈ ਹੋਣਾ ਵੀ ਤੁਸੀਂ ਇਹਨਾਂ ਨੂੰ ਸਾਥ ਛੱਡੋ ਤਾਂ ਤੁਹਾਡੇ ਨਾਲ ਆ, ਨਹੀਂ ਤੇ ਅਸੀਂ ਚੱਲੇ। ਇੱਕ ਦੁਵਿਧਾ ਹੋਰ ਹੱਲ ਕਰੋ, ਸਿੱਧ ਕਰੋ, ਜਰਾ ਥੋੜੀ ਜਿਹੀ ਗੱਲ ਨੂੰ ਵਿਸਥਾਰ ਦਈਏ। ਜਿਸ ਦਿਨ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਕਿ ਅਸੀਂ ਕਿਸੇ ਵੀ ਸਟੇਟ ਦਾ, ਬਾਹਰਲੀ ਸਟੇਟ ਦਾ, ਪੰਜਾਬ ਦਾ ਜਾਂ ਰਾਜਸਥਾਨ ਦਾ ਜਿਹੜਾ ਫਸਲ ਆ ਉਹ ਆਪਣੇ ਨਹੀਂ ਵਿਕਣ ਦੇਣੀ ਜਾਂ ਨਹੀਂ ਖਰੀਦਣੀ, ਉਸ ਤੋਂ ਬਾਅਦ ਕੀ ਸੈਂਟਰ ਸਰਕਾਰ ਨੇ ਇਸ ਬਿਆਨ ਨੂੰ ਰੱਦ ਕੀਤਾ ਜਾਂ ਕੋਈ ਹੋਰ ਬਿਆਨ ਆਇਆ ਉਹਦੇ ਬਾਰੇ? ਉਹਦੇ ਰਿਐਕਸ਼ਨ 'ਚ ਇੱਕ ਵੀ ਬਿਆਨ ਨਹੀਂ ਆਇਆ। ਕੇਂਦਰ ਨੇ ਹਜੇ ਤੱਕ ਉਹਦੇ ਬਾਰੇ ਕੋਈ ਗੌਰ ਹੀ ਨਹੀਂ ਕੀਤਾ ਵੀ ਭਾਈ ਤੂੰ ਕਿਵੇਂ ਕਹਿ ਸਕਦਾ ਇੱਦਾਂ। ਤੇ ਫਿਰ ਤਾਂ ਸਾਡੇ ਇਹ ਤਾਂ ਦੇਖੋ ਕੇਂਦਰ ਦੇ ਪ੍ਰਧਾਨ ਮੰਤਰੀ ਹੈਡ ਆ, ਇਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣੀ, ਉਹ ਵੀ ਇਹਨਾਂ ਦੇ ਤਕਰੀਬਨ ਬਹੁਤ ਸੀਨੀਅਰ ਮੋਸਟ ਹੋ ਜਾਂਦੇ ਆ, ਤੇ ਇਹ ਸਾਰੇ ਤਾਂ ਉਹਨਾਂ ਦੇ ਅੰਡਰ ਆ ਨਾ। ਤੇ ਜੇ ਇਹੋ ਜਿਹਾ ਬਿਆਨ ਦਿੱਤਾ ਸੀ ਤਾਂ ਉਹਨਾਂ ਨੂੰ ਤਾੜਨਾ ਕਰਨੀ ਚਾਹੀਦੀ ਸੀਗੀ ਵੀ ਤੁਸੀਂ ਹਰਿਆਣਾ ਕਿੱਦਾਂ ਇੰਡੀਆ ਜੋ ਦੇਸ਼ ਤੋਂ ਬਾਹਰ ਹੋ ਗਿਆ, ਇਹ ਕਿਵੇਂ ਕਹਿ ਸਕਦਾ ਤੂੰ। ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ। ਜੇ ਇਹ ਗੱਲ ਮੈਂ ਤੁਹਾਨੂੰ ਤਾਂ ਇਸ ਕਰਕੇ ਕਹਿ ਰਿਹਾ ਵੀ ਕਿਉਂ ਬਿਆਨ ਨਹੀਂ ਦਿੱਤਾ, ਵੀ ਜੇ ਇਹਨਾਂ ਦੇ ਬਿਆਨ ਦਿੰਦੇ ਵੀ ਨਾ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਮਤਲਬ ਹੋਰ ਨਿਕਲ ਜਾਂਦਾ। ਜੇ MSP ਦੀ ਗੱਲ ਨਿਕਲਣੀ ਨਹੀਂ ਸੀ ਜੀ, ਜੇ ਕਿਤੇ ਇਹਨਾਂ ਦੇ ਜਿਹੜੇ ਸੀਨੀਅਰ ਆਗੂ ਆ ਨਿਤਿਨ ਗਡਕਰੀ, ਇੱਕ ਇੰਟਰਵਿਊ ਵਿੱਚ ਉਹਨੇ ਕਿਹਾ ਸੀ, ਜਿੱਥੋਂ MSP ਦਾ ਰੌਲਾ ਪਿਆ ਜੀ, ਉਹਨੇ ਸਾਫ਼ ਸਪਸ਼ਟ ਸ਼ਬਦਾਂ 'ਚ ਕਿਹਾ ਸੀਗਾ ਵੀ ਜਿਹੜੀ MSP ਸਾਡੀ ਸਰਕਾਰ ਸਾਡੇ ਦੇਸ਼ ਵਿੱਚ ਦੇ ਰਹੀ ਨਾ, ਉਹ ਬਾਕੀ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਆ, ਉਹਦਾ ਬੋਝ ਬਹੁਤ ਪੈ ਰਿਹਾ ਜੀ, ਬਹੁਤ ਪੈਸਾ ਖਰਚਣਾ ਪੈ ਰਿਹਾ, ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ MSP ਛੱਡਣੀ ਪਊਗੀ
ਜੀ ਜਿਹਦੇ ਤੋਂ ਲੈ ਕੇ ਉਸ ਇੰਟਰਵਿਊ ਤੋਂ ਰੌਲਾ ਪਿਆ ਹੋਇਆ ਜਿਹੜਾ ਤੁਰਿਆ, ਨਹੀਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦੇਣਾ ਆਰਡੀਨੈਂਸ ਦੇ ਵਿੱਚ ਹੈ ਕੀ ਆ। ਜੇ ਕਿਤੇ ਉਹ ਇੰਟਰਵਿਊ 'ਚ ਨਾ ਗੱਲ ਨਿਤਿਨ ਗਡਕਰੀ ਇੰਨੀ ਗੱਲ ਨਾ ਕਰਦੇ ਨਾ, ਇਹ ਖੁਲਾਸਾ ਹੀ ਨਹੀਂ ਸੀ ਹੋਣਾ। ਹੁਣ ਚੰਗਾ ਕੀਤਾ ਜਿਹੜਾ ਮਨੋਹਰ ਖੱਟਰ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਝੋਨਾ ਨਹੀਂ ਲੈਣਾ। ਪਰ ਇਹ ਗੱਲ ਹੁਣ ਇੱਥੇ ਖੜੀ ਆ ਭਈ ਸਾਡੀ ਜਿਹੜੀ ਗੱਲਬਾਤ ਆ ਉਹ ਜਾਂ ਜੋ ਵੀ ਇਹਨਾਂ ਦੇ ਦੋਨਾਂ ਸਰਕਾਰਾਂ ਦੇ ਇੱਕੋ ਹੀ ਪਾਰਟੀ ਦੀਆਂ ਸਟੇਟ ਤੇ ਸੈਂਟਰ ਸਰਕਾਰਾਂ ਜੋ ਆਪਸ 'ਚ ਕਰ ਰਹੀਆਂ ਆ, ਉਸ ਤੋਂ ਬਾਅਦ ਸਾਡੇ ਲੋਕਾਂ ਨੂੰ ਸੋਚਣਾ ਪਊਗਾ ਕਿ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਸਰਕਾਰਾਂ ਦੇ ਉੱਤੇ ਗੱਲ ਛੱਡ ਕੇ ਇਸੇ ਕਰਕੇ ਤਾਂ ਅੱਜ ਜੋ ਵੀ ਪਲੇਟਫਾਰਮ ਜਿੱਥੇ ਵੀ ਕਿਸੇ ਨੂੰ ਮਿਲਿਆ ਹੋਇਆ, ਉਹ ਕਿਸਾਨਾਂ ਨੂੰ, ਆਮ ਲੋਕਾਂ ਨੂੰ ਇਹੀ ਕਹਿ ਰਿਹਾ ਵੀ ਥੋੜਾ ਜਿਹਾ ਸੰਭਲ ਜਾਇਓ, ਸਾਲ ਡੇਢ ਅਟਕ ਲਓ ਜੀ। ਚੋਣਾਂ ਆ ਰਹੀਆਂ, ਇਹਨਾਂ ਬੰਦਿਆਂ ਨੇ ਤੁਹਾਡੇ ਕੋਲ ਹੱਥ ਅੱਡਣੇ ਆ ਕੇ, ਇਹਨਾਂ ਨੇ ਆ ਕੇ ਤੁਹਾਨੂੰ ਫੇਰ ਸਬਜ਼ ਬਾਗ ਦਿਖਾਣੇ ਆ, ਵੱਡੇ ਵੱਡੇ ਵਾਅਦੇ ਕਰਨੇ ਆ। ਉਦੋਂ ਥੋੜਾ ਜਿਹਾ ਸੂਝ ਨਾਲ ਕੰਮ ਲੈ ਲਿਓ, ਬਸ ਫੇਰ ਕੁਝ ਫਰਕ ਨਹੀਂ ਪੈਂਦਾ। ਪਰ ਮੈਨੂੰ ਲੱਗਦਾ ਵੀ 1.5 ਸਾਲ ਬਹੁਤ ਦੇਰ ਤੱਕ ਲੋਕੀ ਭੁੱਲ ਭੱਲ ਜਾਂਦੇ ਆ, ਜਿਵੇਂ ਪਹਿਲਾਂ ਭੁੱਲਦੇ ਆਏ ਆ। ਹੁਣ ਵੀ ਕਿਸੇ ਹੱਦ ਤੱਕ ਸ਼ਾਇਦ ਜੇ ਯਾਦ ਰੱਖ ਲੈਣ ਤਾਂ ਚੰਗੀ ਗੱਲ ਆ, ਪਰ ਜੇ ਨਹੀਂ ਯਾਦ ਰੱਖਣਾ ਤਾਂ ਫੇਰ ਤਾਂ ਗੱਲ ਉੱਥੇ ਆ ਰਹਿ ਜਾਣੀ, ਜਿੱਦਾਂ ਪਹਿਲੇ ਚੱਲੀ ਆਉਂਦੀ ਸੀ ਉਹਦੇ ਚੱਲੀ ਜਾਣਾ ਗਾਂ ਜੀ। ਕਾਫੀ ਚਰਚਾ ਅਸੀਂ ਇਸ ਮੁੱਦੇ ਤੇ ਕੀਤੀ ਆ ਪਹਿਲਾਂ ਵੀ, ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹੇਗੀ। ਪਰ ਇਹ ਇੱਕ ਦੁਵਿਧਾ ਵਾਲੀ ਗੱਲ ਆ ਕਿ ਜੋ ਸੈਂਟਰ ਸਰਕਾਰ ਨੇ ਜੋ ਕਾਨੂੰਨ ਪਾਸ ਕੀਤਾ, ਉਹਨਾਂ ਨੂੰ ਉਹਨਾਂ ਦੀ ਆਪਣੀ ਸਰਕਾਰ ਹੀ ਜਿਹੜੀ ਆ ਉਹ ਰੱਦ ਕਰ ਰਹੀ ਆ ਜਾਂ ਲਾਗੂ ਨਹੀਂ ਕਰ ਰਹੀ, ਤੇ ਜਾਂ ਉਹਦੇ ਜਿਹੜੀ ਸਥਿਤੀ ਆ ਉਹ ਪਸ਼ੂ-ਪੇਸ਼ ਵਾਲੀ ਬਣੀ ਹੋਈ ਆ। ਬਿਲਕੁਲ ਜੀ। ਤੇ ਅਸੀਂ ਹੁਣ ਅਗਲੇ ਹਿੱਸੇ 'ਚ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ। ਜਿਹੜੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਥਾਪੇ ਨੇ ਹਰੀਸ਼ ਰਾਵਤ ਜੀ, ਉਹ ਆਏ ਹੋਏ ਨੇ 1-2 ਦਿਨਾਂ ਤੋਂ, ਤੇ ਉਹਨਾਂ ਦੀਆਂ ਵੱਖਰੀਆਂ ਇੱਥੇ ਮੀਟਿੰਗਸ ਹੋ ਰਹੀਆਂ। ਮਿਲਦੇ ਹਾਂ ਜੀ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਇੱਕ ਬ੍ਰੇਕ ਤੋਂ ਬਾਅਦ। ਹਾਜ਼ਰ ਹਾਂ ਜੀ ਇੱਕ ਵਾਰ ਫਿਰ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਤੇ ਅਸੀਂ ਗੱਲ ਕੀਤੀ ਸੀ ਸ਼ੁਰੂ ਕਿ ਪੰਜਾਬ ਕਾਂਗਰਸ ਨੇ ਨਵੇਂ ਇੰਚਾਰਜ ਲਾਏ ਆ ਤੇ ਉਹ ਪੰਜਾਬ ਆਏ ਹੋਏ ਨੇ, ਕੀ ਕਰ ਰਹੇ ਨੇ ਤੇ ਕਿਵੇਂ ਦਾ ਉਹਨਾਂ ਨੂੰ ਪ੍ਰਤੀਕਰਮ ਮਿਲ ਰਿਹਾ ਇੱਥੇ, ਕਿਰਿਆ ਤੇ ਪ੍ਰਤੀਕਿਰਿਆ, ਤੇ ਜਿੰਨੀਆਂ ਕੁ ਬਾਗੀ ਸੁਰਾਂ ਸੀਗੀਆਂ, ਜਿੰਨੇ ਕੁ ਪ੍ਰੋਬਲਮ ਸੀਗੀਆਂ ਜਿਹਦੇ ਕਰਕੇ ਉਹਨਾਂ ਨੂੰ ਥਾਪਿਆ ਗਿਆ ਸੀ, ਕੀ ਉਹਨਾਂ ਨੂੰ ਮਿਟਾਉਣ 'ਚ ਕਾਮਯਾਬ ਹੋ ਰਹੇ ਜੀ। ਸੈਂਟਰ ਜਿਹੜੀ ਕਮਾਂਡ ਆ ਕਾਂਗਰਸ ਦੀ, ਉਹਦੀ ਕੋਸ਼ਿਸ਼ ਤਾਂ ਇਹੀ ਆ ਵੀ ਜਿਹੜੇ ਪੰਜਾਬ ਦੇ ਕਾਂਗਰਸ ਦੇ ਵਿੱਚ ਜਿਹੜੀ ਬਾਗੀ ਸੁਰਾਂ ਉੱਠ ਰਹੀਆਂ, ਆਗੂ ਜਿਹੜੇ ਬਾਗੀ ਹੋਏ ਆ, ਨਾਰਾਜ਼ ਚੱਲ ਰਹੇ ਆ, ਉਹਨਾਂ ਨੂੰ ਕਿਸੇ ਤਰੀਕੇ ਨਾਲ ਮੁੱਖ ਧਾਰਾ 'ਚ ਲਿਆਂਦਾ ਜਾਵੇ ਤੇ ਨਾਲ ਰਲਾ ਕੇ ਵਧੀਆ ਤਰੀਕੇ ਨਾਲ ਜਿਹੜਾ ਸਾਲ 1.5 ਸਾਲ ਰਹਿੰਦਾ ਆ, 3 ਸਾਲ 3.5 ਸਾਲ ਤਾਂ ਲੰਘ ਗਏ ਆ, ਸਾਲ 1.5 ਸਾਲ ਰਹਿੰਦਾ ਹੈ, ਚਲੋ ਵਧੀਆ ਤਰੀਕੇ ਨਾਲ ਸਰਕਾਰ ਲੰਘ ਜਾਵੇ ਤੇ ਆਉਣ ਵਾਲੀ ਚੋਣਾਂ ਦੀ ਤਿਆਰੀਆਂ ਕਰ ਸਕੇ ਜੀ। ਇਸੇ ਮੰਤਵ ਲਈ ਉਹਨਾਂ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸਿਆਣੇ ਸੀਨੀਅਰ ਬੰਦੇ ਇਹਨਾਂ ਦੇ ਜੀ, ਉਹ ਲਾਏ ਆ। ਤੇ ਉਹਨਾਂ ਦਾ ਜਿਹੜਾ ਦੌਰਾ ਸੀ ਉਹ ਪਹਿਲਾਂ ਤਾਂ ਕਰੋਨਾ ਕਾਲ 'ਚ ਸੀਗਾ ਵੀ ਇਕੱਠ ਨਹੀਂ ਹੋਣਾ ਚਾਹੀਦਾ, ਜੇ ਉਹ ਕਰਕੇ ਉਹ ਆਏ ਨਹੀਂ। ਤਾਂ ਹੁਣ ਉਹਨਾਂ ਨੇ ਜਿੱਦਣ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸੀਗਾ, ਉਦੋਂ ਉਹਨਾਂ ਨੇ ਪੰਜਾਬ 'ਚ ਪੈਰ ਧਰਿਆ ਤੇ ਆਉਂਦੇ ਉਹਨਾਂ ਨੇ ਕਿਸਾਨੀ ਹਿਤੈਸ਼ੀ ਦੇ ਹੋਣ ਦੇ ਸਬੂਤ ਦਿੰਦਿਆਂ ਜੀ ਖਟਕੜ ਕਲਾਂ ਪਿੰਡ ਦੇ ਵਿੱਚ ਧਰਨਾ ਦਿੱਤਾ, ਜਿੱਥੇ ਮੈਂ ਪਹਿਲਾਂ ਵੀ ਦੱਸਿਆ ਵੀ ਮੁੱਖ ਮੰਤਰੀ ਨੂੰ ਆਉਣਾ ਪਿਆ ਜੀ, ਆਪਣੇ ਮਹਿਲਾਂ 'ਚੋਂ, ਆਪਣੇ ਫਾਰਮ ਹਾਊਸ 'ਚੋਂ ਨਿਕਲ ਕੇ। ਉਹਦੇ ਵਿੱਚ ਸ਼ਾਮਲ ਹੋਏ ਲਗਭਗ ਸਾਰੇ ਉੱਥੇ ਵਿਧਾਇਕ, MP ਸਾਰੇ ਆਏ ਸੀ, ਤਕਰੀਬਨ ਸਾਰਿਆਂ ਨੇ ਉਹਨਾਂ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਸਾਰੇ ਇਕਜੁੱਟ ਆ ਜੀ। ਹੁਣ ਉਹਨਾਂ ਦਾ ਦੌਰ ਜਿਹੜਾ ਚੱਲਿਆ ਉਹ ਗਾਹਾਂ ਮੀਟਿੰਗਾਂ ਦਾ ਚੱਲਿਆ। ਉਹਨਾਂ ਨੇ ਕੱਲ ਦਰਬਾਰ ਸਾਹਿਬ ਵੀ ਗਏ ਆ, ਗੁਰੂ ਮਹਾਰਾਜ ਤੋਂ ਉਹਨਾਂ ਨੇ ਨਤਮਸਤਕ ਕੀਤਾ ਤੇ ਆਸ਼ੀਰਵਾਦ ਵੀ ਲਿਆ ਜੀ। ਉੱਥੇ ਇੱਕ ਚਰਚਾ ਆ ਵੀ ਜਿਹੜੇ ਕਾਫੀ ਦੇਰ ਤੋਂ ਨਾਰਾਜ਼ ਚੱਲੇ ਆ ਰਹੇ ਇਹਨਾਂ ਦੇ ਤੇਜ਼ ਤਰਾਰ ਆਗੂ ਆ ਨਵਜੋਤ ਸਿੰਘ ਸਿੱਧੂ ਜੀ, ਜਿਹਨੂੰ ਜਾਣ ਪਹਿਚਾਣ ਦਾ ਕੋਈ ਮੁਹਤਾਜ ਨਹੀਂ ਹੈ, ਉਹਦੇ ਨਾਲ ਵੀ ਉਹਨਾਂ ਨੇ ਕੱਲ ਮੁਲਾਕਾਤ ਕੀਤੀ ਆ ਰਾਤ ਜੀ। ਉਸ ਮੁਲਾਕਾਤ ਦਾ ਕੀ ਗੱਲਬਾਤ ਹੋਈ ਆ ਮੁਲਾਕਾਤ ਦੌਰਾਨ, ਉਹ ਤਾਂ ਹਜੇ ਇਹਨਾਂ ਨੇ ਗੁਪਤੀ ਰੱਖਿਆ ਆ। ਪਰ ਜਿੱਥੋਂ ਤੱਕ ਲੱਗਦਾ ਹੈ ਵੀ ਹਰੀਸ਼ ਰਾਵਤ ਹੋਣੀ ਆ, ਉਹ ਸ਼ੁਰੂ ਤੋਂ ਹੀ ਜਿੱਦਣ ਤੋਂ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਆ, ਉਦੋਂ ਤੋਂ ਹੀ ਉਹ ਸਿੱਧੂ ਦੇ ਹੱਕ 'ਚ ਬਿਆਨ ਦੇ ਰਹੇ ਆ ਜੀ। ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਪਹਿਲੇ ਦਿਨ ਹੀ ਵੀ ਨਵਜੋਤ ਸਿੰਘ ਸਿੱਧੂ ਜੋ ਹੈ ਉਹ ਕਾਂਗਰਸ ਦੇ ਐਸੈਟ ਹੈ, ਇੱਕ ਸਰਮਾਇਆ ਹੈ ਇੱਕ ਜੀ, ਤੇ ਇਹ ਬਹੁਤ ਵੱਡਾ ਲੀਡਰ ਹੈ ਕਿਸਮ ਦਾ ਸ਼ੋਅ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਵੀ ਉਹ ਕਹਿੰਦੇ ਆਏ ਆ ਵੀ ਕਾਂਗਰਸ ਜਿਹੜਾ ਸਿੱਧੂ ਤੋਂ ਬਿਨਾਂ ਉਹ ਨਿਰਵਾਹ ਕਰਨਾ ਥੋੜਾ ਜਿਹਾ ਔਖਾ ਆ, ਵੀ ਇਹ ਕਾਂਗਰਸ ਦਾ ਹੀ ਲੀਡਰ ਆ ਤੇ ਇਹਨੂੰ ਅਸੀਂ ਛੱਡ ਨਹੀਂ ਸਕਦੇ ਕਿਸੇ ਤਰੀਕੇ ਨਾਲ ਵੀ ਜੀ। ਕੱਲ ਵੀ ਉਹਨਾਂ ਨੇ ਇਹ ਕਿਹਾ ਵੀ ਭਵਿੱਖ ਜਿਹੜਾ ਕਾਂਗਰਸ ਆ ਉਹ ਸਿੱਧੂ ਹੀ ਆ। ਅੱਛਾ ਜੀ। ਇਹਦੇ ਮਗਰ ਵੀ ਬਹੁਤ ਵੱਡਾ ਇੱਕ ਰਾਜ਼ ਆ ਜਿਹੜੇ ਇੰਨੀ ਗੱਲ ਇੱਕ ਇੰਚਾਰਜ ਦਾ ਕਹਿਣਾ। ਪਹਿਲੇ ਦਿਨ ਤੋਂ ਹੀ ਉਹ ਕਹਿ ਰਹੇ, ਹਾਲਾਂਕਿ ਇਹ ਸਾਰਿਆਂ ਨੂੰ ਪਤਾ ਪਏ ਸਿੱਧੂ ਦੀ ਜਿਹੜੀ ਆ ਉਹ ਮੁੱਖ ਮੰਤਰੀ ਨਾਲ ਬਣੀ ਨਹੀਂ ਜੀ, ਉਹਨਾਂ ਦਾ ਮਹਿਕਮਾ ਬਦਲਿਆ ਗਿਆ, ਉਹਨਾਂ ਨੇ ਅਸਤੀਫਾ ਦੇ ਦਿੱਤਾ, ਮੁੜ ਕੇ ਰੂਹ ਪੋਸ਼ੀ ਹੋ ਕੇ ਲੱਭੇ ਨਹੀਂ ਕਈ ਦਿਨਾਂ ਬਾਅਦ, ਕਈ ਦਿਨ ਨਹੀਂ ਲੱਭੇ। ਫਿਰ ਹੁਣ ਕਿਸਾਨ ਅੰਦੋਲਨ ਵਿੱਚ ਵੀ ਉਹਨਾਂ ਦੀ ਚੁੱਪੀ ਰਹੀ ਆ ਤੇ ਹੁਣ ਨਿਕਲ ਕੇ ਬਾਹਰ ਆਏ, ਅੰਦੋਲਨ 'ਚ ਸ਼ਾਮਲ ਹੋਏ ਆ, ਧਰਨੇ ਪ੍ਰਦਰਸ਼ਨ ਕੀਤੇ, ਮਾਲਵੇ ਵੀ ਗਏ ਆ। ਮੈਨੂੰ ਇਹ ਲੱਗਦਾ ਵੀ ਜਿੱਥੋਂ ਤੱਕ ਹਰੀਸ਼ ਰਾਵਤ ਦਾ ਕਹਿਣਾ ਆ ਵੀ ਉਹਨਾਂ ਦੀ ਕੋਸ਼ਿਸ਼ ਆ ਵੀ ਸਿੱਧੂ ਨੂੰ ਮਨਾ ਕੇ ਕਿਸੇ ਤਰੀਕੇ ਨਾਲ ਮੁੱਖ ਧਾਰਾ ਸ਼ਾਮਲ ਕਰੀਏ। ਇਹੀ ਗੱਲ ਉਹਨਾਂ ਨੇ ਕੱਲ ਵੀ ਕਹੀ ਹੈ ਵੀ ਆਉਂਦੇ ਕੁਝ ਦਿਨਾਂ ਦੇ ਵਿੱਚ
ਸਿੱਧੂ ਨੂੰ ਤੁਸੀਂ ਸਰਗਰਮ ਭੂਮਿਕਾ 'ਚ ਦੇਖੋਗੇ ਜੀ। ਮਤਲਬ ਕੀ ਆ ਵੀ ਜਿੱਥੇ ਵੀ ਕੋਈ ਕਾਂਗਰਸ ਕੋਈ ਐਕਟੀਵਿਟੀ ਕਰਦੀ ਆ, ਧਰਨਾ ਪ੍ਰਦਰਸ਼ਨ ਕਿਸਾਨ ਲਈ ਕਰਦੀ ਆ, ਜਾਂ ਕਿਤੇ ਜਾ ਕੇ ਕਿਸੇ ਨੂੰ ਮਿਲਦੀ ਆ, ਤਾਂ ਉਹਦੇ ਵਿੱਚ ਸਿੱਧੂ ਗਾਹਾਂ ਨਜ਼ਰ ਆਊਗਾ। ਇਹ ਹਰੀਸ਼ ਰਾਵਤ ਨੇ ਸੰਕੇਤ ਦੇ ਦਿੱਤਾ ਹੈ ਕੱਲ। ਪਰ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਉਹ ਜਿਹੜੀਆਂ ਇਹਦੇ ਨਾਲ ਹੋਰ ਵੀ ਬਾਗੀ ਸੁਰਾਂ ਆ, ਜਿਵੇਂ ਪ੍ਰਤਾਪ ਸਿੰਘ ਬਾਜਵਾ ਆ, ਉਹ ਆਪਣੀ ਸੁਰ ਲਈ ਫਿਰਦੇ ਆ, ਸ਼ਮਸ਼ੇਰ ਸਿੰਘ ਦੂਲੋਂ ਆ, ਉਹ ਆਪਣੀ ਸੁਰ ਲਈ ਫਿਰਦੇ ਆ, ਕਿਤੇ ਕਿਤੇ ਰਵਨੀਤ ਬਿੱਟੂ ਵੀ ਸੁਰ ਵੱਖਰਾ ਆਲਾਪ ਲੈਂਦੇ ਆ। ਇਹਨਾਂ ਸਾਰੀਆਂ ਬਾਗੀ ਸੁਰਾਂ, ਇਹਨਾਂ ਸਾਰੀਆਂ ਆਗੂਆਂ ਦੀ ਨਾਰਾਜ਼ਗੀ ਨੂੰ ਕਿਸ ਹੱਦ ਤੱਕ ਦੂਰ ਕਰਦੇ ਆ ਹਰੀਸ਼ ਰਾਵਤ ਹੋਣੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ। ਇਹਦੀ ਆਪਾਂ ਉਡੀਕ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਿੱਧੂ ਸਾਹਿਬ ਪੰਜਾਬ ਦੇ ਭਲੇ ਲਈ ਕੁਝ ਇਹ ਸਰਗਰਮ ਰਾਜਨੀਤੀ 'ਚ ਦਿਸਣਗੇ ਤਾਂ ਫੇਰ ਹੀ ਥੋੜਾ ਜਿਹਾ ਲੋਕਾਂ ਨੂੰ, ਇੱਕ ਤਾਂ ਇਹਨਾਂ ਦਾ ਉਡੀਕ ਬਹੁਤ ਰਹਿੰਦੀ ਆ ਹਰੇਕ ਬੰਦੇ ਨੂੰ ਕਿ ਹਾਂਜੀ ਸਿੱਧੂ ਸਾਹਿਬ ਆ ਗਏ ਆ ਬਸ ਜੀ। ਬੇਸ਼ੱਕ ਇੱਕ ਚੰਗਾ ਅਕਸ ਰੱਖਦੇ ਨੇ ਉਹ ਜੀ, ਬਿਲਕੁਲ ਬਿਲਕੁਲ, ਇਸ ਕਰਕੇ ਉਹਨਾਂ ਦੀ ਉਡੀਕ ਰਹਿੰਦੀ ਬਿਲਕੁਲ ਹੈ। ਇਹਦੇ ਨਾਲ ਜੇ ਆਪਾਂ ਅਗਲੀ ਗੱਲ ਕਰੀਏ, ਪਿਛਲੇ ਕਾਫੀ ਲੰਬੇ ਸਮੇਂ ਤੋਂ, ਕਾਫੀ ਮਹੀਨਿਆਂ ਤੋਂ ਦੁਨੀਆ ਇੱਕ ਮਹਾਮਾਰੀ ਨਾਲ ਘਿਰੀ ਹੋਈ ਆ, ਉਹਦੇ ਹੁਣ ਕੁਝ ਰਾਹਤ ਮਿਲਣ ਦੀ ਉਮੀਦ ਜਾਗੀ ਆ, ਕੁਝ ਹਾਲਾਤ ਸੁਧਰੇ ਨੇ ਜਾਂ ਕੀ ਹੋ ਰਿਹਾ? ਅੱਜ ਤੇ ਇੱਕ ਹੋਰ ਖਬਰ ਆ ਕਿ ਦੁਨੀਆ ਦੇ ਵੱਡੇ ਰਾਸ਼ਟਰਪਤੀ ਨੂੰ ਵੀ ਹੋ ਗਿਆ ਕਰੋਨਾ, ਕਹਿੰਦੇ। ਬਿਲਕੁਲ ਜੀ, ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਤਾਂ ਨਾ ਵੱਡਾ ਦੇਖਦਾ ਤਾਂ ਨਾ ਛੋਟਾ ਦੇਖਦਾ। ਇਹ ਬਿਮਾਰੀ ਇਦਾਂ ਦੀ ਆ, ਛੋਟੇ ਵੱਡੇ ਨੂੰ ਦੇਖ ਕੇ ਤਾਂ ਨਹੀਂ ਪੈਂਦੀ ਇਹ, ਪਰ ਜਿੰਨਾ ਇਹ ਤੋਂ ਬਚਿਆ ਜਾ ਸਕਦਾ ਉਨਾ ਹੀ ਚੰਗਾ ਆ। ਪਰ ਇੱਕ ਨਵੀਂ ਰਾਹਤ ਦੀ ਗੱਲ ਇਹ ਆ ਵੀ ਕਰੋਨਾ ਕੇਸ ਜਿਹੜੇ ਘਟਣ ਕਰਕੇ, ਮੌਤਾਂ ਦੀ ਗਿਣਤੀ ਘਟਣ ਕਰਕੇ, ਜਿੱਥੇ ਸੈਂਟਰ ਸਰਕਾਰ ਨੇ 30 ਸਤੰਬਰ ਨੂੰ, ਕਿਉਂਕਿ ਅਨਲੌਕ 4 30 ਸਤੰਬਰ ਖਤਮ ਹੋ ਰਿਹਾ ਸੀ, ਤੇ ਪਹਿਲੀ ਨੂੰ ਜਿਹੜਾ ਅਨਲੌਕ 5 ਸ਼ੁਰੂ ਹੋਣਾ ਸੀ, ਕਾਫੀ ਰਾਹਤਾਂ ਦੇਤੀਆਂ ਉਹਨਾਂ ਨੇ। ਸਿਨੇਮੇ ਖੋਲ੍ਹਣ ਦਾ ਐਲਾਨ ਕਰਤਾ 15 ਅਕਤੂਬਰ ਤੋਂ। ਫਿਰ ਸਵਿਮਿੰਗ ਪੂਲ ਜਿਹੜੇ ਖੋਲ੍ਹਣੇ ਆ ਖਿਡਾਰੀਆਂ ਦੇ ਟ੍ਰੇਨਿੰਗ ਲਈ, ਮਨੋਰੰਜਨ ਪਾਰਕ ਖੋਲ੍ਹੇ ਜਾਣੇ ਆ। ਹਾਲਾਂਕਿ ਸਕੂਲਾਂ ਦਾ ਕੰਮ ਉਹਨਾਂ ਨੇ ਜਿਹੜਾ ਉਹ ਸਟੇਟਾਂ ਤੇ ਛੱਡ ਦਿੱਤਾ ਵੀ ਤੁਸੀਂ ਆਪ ਦੇ ਹਿਸਾਬ ਨਾਲ ਦੇਖੋ ਇਹ ਕਿੱਥੋਂ ਤੱਕ ਪ੍ਰੀਕਾਸ਼ਨ ਲੈ ਸਕਦੇ ਆ, ਤੁਸੀਂ ਖੋਲ੍ਹ ਸਕਦੇ ਕਿ ਨਹੀਂ ਖੋਲ੍ਹ ਸਕਦੇ। ਉਸ ਤੋਂ ਅਗਲੇ ਦਿਨ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀਆਂ ਗਾਈਡਲਾਈਨਾਂ ਦਿੱਤੀਆਂ, ਉਹਦੇ ਵਿੱਚ ਉਹਨਾਂ ਨੇ ਤਾਂ ਜੀ ਪੂਰਾ ਲਾਕਡਾਊਨ ਹੀ ਖਤਮ ਕਰਤਾ ਜੀ, ਰਾਤ ਦਾ ਕਰਫਿਊ ਖਤਮ ਕਰਤਾ। 192 ਦਿਨ ਲੰਬਾ ਚੱਲਿਆ ਪੰਜਾਬ 'ਚ ਲਾਕਡਾਊਨ, ਜਿਹੜਾ ਕਿ 6 ਮਹੀਨੇ ਤੋਂ ਵੀ ਵੱਧ ਸਮਾਂ ਹੋ ਜਾਂਦਾ ਜੀ। ਉਹ ਤਕਰੀਬਨ ਸਾਰਾ ਖਤਮ ਕਰਤਾ ਬੀਤੇ ਦਿਨ ਉਹਨਾਂ ਨੇ। ਅਨਲੌਕ 5 ਦੇ ਵਿੱਚ ਆਪਾਂ ਮਤਲਬ ਪੰਜਾਬ ਜਿਹੜਾ ਕਰਫਿਊ ਰਹਿਤ ਹੋ ਗਿਆ। ਇਸ ਤੋਂ ਅਗਲੀ ਗੱਲ ਉਹਨਾਂ ਨੇ ਕਰਤੀ ਵੀ ਜਿਹੜੀ ਕਾਰਾਂ ਦੇ ਵਿੱਚ ਆਉਣ ਜਾਣ ਸਫ਼ਰ ਕਰਨ ਵਾਲੇ, ਬੱਸਾਂ 'ਚ ਸਫ਼ਰ ਕਰਨ ਵਾਲੇ, ਉਹਨਾਂ ਲਈ ਵੀ ਕਾਫੀ ਰਾਹਤਾਂ ਦੇਤੀਆਂ। ਤੇ ਜਿੱਥੋਂ ਤੱਕ ਹੋ ਸਕੇ ਵਿਆਹ ਸ਼ਾਦੀਆਂ ਦੇ ਵਿੱਚ ਵੀ, ਅੰਤਮ ਸੰਸਕਾਰ ਦੀਆਂ ਰਸਮਾਂ ਦੇ ਵਿੱਚ ਵੀ, ਜਿੱਥੇ ਅੱਗੇ 50 ਬੰਦਿਆਂ ਦੀ ਇੱਕ ਸੀਮਾ ਸੀਗੀ, ਲਿਮਿਟ ਸੀਗੀ, ਉਹ ਹੁਣ ਵਧਾ ਕੇ 100 ਤੱਕ ਕਰ ਦਿੱਤੀ ਆ। ਇਹਦੇ ਨਾਲ ਕਾਫੀ ਹੱਦ ਤੱਕ ਜਿਹੜੇ ਮੈਰਿਜ ਪੈਲਸਾਂ ਵਾਲੇ ਬਹੁਤ ਔਖੇ ਸੀਗੇ, ਕਿਉਂਕਿ ਇੰਨੇ ਲੰਮਾ ਸਮਾਂ ਬੰਦ ਪਿਆ ਸੀ, ਬਿਜਲੀ ਦਾ ਬਿੱਲ ਪੈ ਰਿਹਾ ਸੀਗਾ, ਹੋਰ ਸਾਰਾ ਖਰਚੇ ਪੈ ਰਹੇ ਸੀ, ਤਨਖਾਹਾਂ ਦੇਣੀਆਂ ਪੈ ਰਹੀਆਂ ਸੀ। ਉਹਨਾਂ ਦੀ ਵੀ ਕਿਤੇ ਨਾ ਕਿਤੇ ਗੱਲ ਇਹ ਸੁਣੀ ਗਈ ਹੈ, ਕਿਉਂਕਿ ਬਹੁਤ ਦੇਰ ਦੀ ਉਹ ਮੰਗ ਕਰ ਰਹੇ ਸੀਗੇ ਵੀ ਸਾਡਾ ਤਾਂ ਧੰਦਾ ਹੀ ਚੌਪਟ ਹੋ ਗਿਆ। ਤੇ ਜੇ ਹੁਣ 100 ਤੱਕ ਗਿਣਤੀ ਰੱਖ ਦਿੱਤੀ ਆ ਮੈਰਿਜ ਪੈਲਸਾਂ ਦੀ, ਵਿਆਹ ਸ਼ਾਦੀਆਂ ਦੀ, ਤੇ ਹੋ ਸਕਦਾ ਸਮਾਗਮ ਜਿਹੜੇ ਮੈਰਿਜ ਪੈਲਸਾਂ 'ਚ ਹੋਣਗੇ ਤਾਂ ਉਹਨਾਂ ਦਾ ਵੀ ਕੁਛ, ਉਹਨਾਂ ਨਾਲ ਜੁੜੇ ਜਿਹੜੇ ਮਜ਼ਦੂਰਾਂ ਦਾ ਵੀ ਜਿਹੜਾ ਕੰਮਕਾਜ ਚੱਲੇਗਾ, ਜੋ ਬਿਲਕੁਲ ਹੀ ਠੱਪ ਹੋ ਕੇ ਬੈਠਾ ਸੀ, ਰੋਟੀ ਪਾਣੀ ਤੋਂ ਵੀ ਵਿਚਾਰੇ ਆਵਾਜ਼ਾਰ ਹੋਏ ਪਏ ਸੀਗੇ। ਕਾਫੀ ਹੱਦ ਤੱਕ ਇਹ ਰਾਹਤਾਂ ਦਿੱਤੀਆਂ ਆ, ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਇਹਦੇ ਲਈ ਸਾਵਧਾਨੀ ਜਿਹੜੀ ਉਹ ਛੱਡਣੀ ਘਾਤਕ ਹੋ ਸਕਦੀ ਆ ਜੀ। ਆਪਾਂ ਨੂੰ ਠੀਕ ਹੈ, ਸਰਕਾਰਾਂ ਨੇ ਆਪਣਾ ਕੰਮ ਕਰਨਾ ਆ, ਔਰ ਬਹੁਤਾ ਸਮਾਂ ਲੰਮਾ ਬੰਦ ਵੀ ਨਹੀਂ ਰੱਖ ਸਕਦੇ ਕੋਈ ਵੀ ਚੀਜ਼, ਲੋਕਾਂ ਨੂੰ ਖੁੱਲ੍ਹ ਵੀ ਦੇਣੀ ਪੈਣੀ ਆ, ਸਾਰੇ ਕਾਰੋਬਾਰ ਵੀ ਖੁੱਲ੍ਹਣੇ ਆ। ਪਰ ਉਹਦੇ ਵਿੱਚ ਹੁਣ ਜ਼ਿੰਮੇਵਾਰੀ ਆ ਜਾਂਦੀ ਆ ਹਰ ਨਾਗਰਿਕ ਤੇ ਜੀ। ਉਸ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ, ਮਾਸਕ ਪਾ ਕੇ ਹਮੇਸ਼ਾ ਜਦੋਂ ਬਾਹਰ ਨਿਕਲਣਾ ਮਾਸਕ ਪਾ ਕੇ ਨਿਕਲੇ, ਸਮਾਜਿਕ ਦੂਰੀ ਬਣਾ ਕੇ ਰੱਖੇ, 6 ਫੁੱਟ ਦਾ ਦਾਇਰਾ ਜਿਹੜਾ ਰੱਖਿਆ ਉਹਨਾਂ ਨੇ, ਇੱਕ ਦੂਰੀ ਰੱਖਣੀ ਆ, ਉਹਦੇ ਤੇ ਰੱਖੇ। WHO ਤਾਂ ਹੁਣ ਤਾਂ ਇੱਥੋਂ ਤੱਕ ਵੀ ਕਈ ਮਾਹਰਾਂ ਦਾ ਕਹਿਣ ਲੱਗ ਪਿਆ, WHO ਨਹੀਂ, ਕਈ ਮਾਹਰਾਂ ਦੀ ਇੱਕ ਰਿਸਰਚ ਨਵੀਂ ਸਾਹਮਣੇ ਆਈ ਆ ਵੀ ਠੀਕ ਹੈ 6 ਫੁੱਟ ਦੀ ਦੂਰੀ ਤੱਕ ਤੁਸੀਂ ਦੂਰੀ ਰੱਖ ਦਿੰਦੇ ਆ, ਪਰ ਇਸ ਦੇ ਬਾਵਜੂਦ ਵੀ ਹਵਾ 'ਚ ਵੀ ਕਿਤੇ ਨਾ ਕਿਤੇ ਇਹਦੇ ਕਣ ਜਿਹੜੇ ਫੈਲਣ ਲੱਗ ਪੈਂਦੇ ਆ। ਇਹ ਮਾਹਰਾਂ ਦੀ ਰਾਏ ਆ, ਪਤਾ ਨਹੀਂ ਅਸਲੀਅਤ ਹੈ ਜਾਂ ਨਹੀਂ ਆ, ਇਹ ਆਪਾਂ ਨਹੀਂ ਕਹਿ ਸਕਦੇ। ਪਰ WHO ਨੇ ਤਾਂ ਪਹਿਲੇ ਦਿਨ ਤੋਂ ਹੀ ਕਿਹਾ ਸੀਗਾ ਵੀ ਜਿਹੜਾ ਤੁਸੀਂ ਬਾਰਡਰ ਬੰਦ ਕਰ ਰਹੇ ਨਾ, ਦੇਸ਼ਾਂ ਨੇ ਜਿਹੜੇ ਬਾਰਡਰ ਬੰਦ ਕੀਤੇ ਆ, ਇਹ ਕਰੋਨਾ ਖਤਮ ਕਰਨ ਦਾ ਜਾਂ ਕਰੋਨਾ ਨੂੰ ਘੱਟ ਕਰਨ ਦਾ ਕੋਈ ਸਾਧਨ ਨਹੀਂ ਹੈਗਾ। ਤੇ ਉਹ ਤਾਂ ਕਹਿੰਦਾ ਆ ਰਿਹਾ, ਪਰ ਜਿੱਥੋਂ ਤੱਕ ਵਰਤ ਸਕਦੇ ਸੀ ਦੇਸ਼, ਜਿੱਥੋਂ ਤੱਕ ਵਰਤ ਸਕਦੇ ਸੀ ਰਾਜ, ਉਹ ਆਪਣਾ ਕੰਮ ਕਰਦੇ ਰਹੇ ਆ। ਕਾਫੀ ਹੱਦ ਤੱਕ ਚਲੋ ਕਾਬੂ ਵੀ ਪਾਇਆ ਕਈਆਂ ਸਟੇਟਾਂ 'ਚ, ਪਰ ਹੁਣ ਜਿਹੜੇ ਅਨਲੌਕ ਦੀਆਂ 5 ਦੀਆਂ ਜਿਹੜੀਆਂ ਹਦਾਇਤਾਂ ਆ, ਉਹ ਮੈਂ ਅੱਜੇ ਪੜ੍ਹਿਆ ਵੀ ਦਿੱਲੀ ਨੇ ਤਾਂ ਨਾ ਕਰਤੀਆਂ ਵੀ ਮੈਂ ਨਹੀਂ ਉੱਥੇ, ਨਾ ਤਾਂ ਮੈਂ ਸਿਨੇਮੇ ਖੋਲ੍ਹਣੇ ਆ, ਨਾ ਮੈਂ, ਕਿਉਂਕਿ ਉੱਥੇ ਕੇਸ ਦੁਆਰਾ ਵਧਣ ਲੱਗ ਪਏ ਆ ਜੀ। ਹੁਣ ਜੇ ਦੂਜੇ ਪਾਸੇ ਦੁਨੀਆ ਵਾਲੇ ਪਾਸੇ ਚੱਲੀਏ ਤੇ ਉਹ 3.25 ਕਰੋੜ ਤੋਂ ਉੱਪਰ ਕੇਸ ਹੋ ਗਏ ਆ ਜੀ, ਤੇ ਵੱਡੀ ਗਿਣਤੀ 'ਚ ਲੱਖਾਂ ਲੋਕ ਮਰ ਗਏ ਆ। ਪਰ ਹੁਣ ਕਈ ਜਗ੍ਹਾ ਤੋਂ ਸੈਕੰਡ ਵੇਵ ਦੀਆਂ ਵੀ, ਦੂਜੀ ਵੇਵ ਦੀਆਂ, ਤੀਜੇ ਵੇਵ ਦੀਆਂ ਵੀ ਤਿਆਰੀਆਂ ਲੱਗਦੀਆਂ। ਉਹਨਾਂ ਨੂੰ ਮਾਹਿਰਾਂ ਦਾ ਕਹਿਣਾ ਆ ਵੀ ਤੀਜੀ ਵੇਵ ਜਿਹੜੀ ਤੀਜੀ ਲਹਿਰ ਵੀ ਸ਼ੁਰੂ ਹੋ ਰਹੀ ਆ ਜੀ। ਹੁਣ ਦੁਨੀਆ ਦਾ ਇੱਕ ਸ਼ਕਤੀਸ਼ਾਲੀ ਨੇਤਾ ਡੋਨਾਲਡ ਟਰੰਪ, ਰਾਸ਼ਟਰਪਤੀ ਅਮਰੀਕਾ ਦੇ, ਉਹਨੂੰ ਵੀ ਤੇ ਉਹਦੀ ਘਰਵਾਲੀ ਨੂੰ ਵੀ ਅੱਜ ਇਹ ਰਿਪੋਰਟ ਉਹਨਾਂ ਦੀ ਪੋਜ਼ੀਟਿਵ ਆ ਗਈ ਆ। ਉਹ ਹੋਇਆ ਇਸ ਤਰ੍ਹਾਂ ਕਿ ਉਹਨਾਂ ਦੇ ਜਿਹੜੇ ਬਹੁਤ ਹੀ ਨੇੜਲੇ ਸਲਾਹਕਾਰ ਸੀਗੇ, ਹੋਪ ਹਿਕਸ,
ਉਹ ਇਹਨਾਂ ਦੇ ਜਿਹੜੇ ਮਿਨੀਸੋਟਾ ਵਿੱਚ ਇੱਕ ਰੈਲੀ ਹੋਈ ਸੀ ਚੋਣਾਂ ਦੀ, ਉਹਦੇ ਵਿੱਚ ਇਹਨਾਂ ਦੇ ਨਾਲ ਹੀ ਸੀਗੇ। ਉਹਨਾਂ ਦੀ ਅੱਜ ਰਿਪੋਰਟ ਥੋੜੇ ਕੁਝ ਘੰਟੇ ਪਹਿਲਾਂ ਪੋਜ਼ਿਟਿਵ ਆਈ ਸੀਗੀ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਵੀ ਆਪਣਾ ਟੈਸਟ ਕਰਵਾਇਆ ਸੀਗਾ, ਕਿਉਂਕਿ ਨਾਲ ਰਹਿੰਦੇ ਸੀ, ਕਰਾਉਣਾ ਪੈਣਾ ਸੀਗਾ, ਤੇ ਆਪਣੇ ਆਪ ਨੂੰ ਕੁਆਰੰਟੀਨ ਤੇ ਇਹਨਾਂ ਨੇ ਕਰ ਦਿੱਤਾ। ਪਰ ਹੁਣ ਮਸਲਾ ਇਹ ਖੜਾ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਰਾਸ਼ਟਰਪਤੀ ਨੇ ਚੋਣਾਂ ਆ ਜੀ 3 ਨਵੰਬਰ ਨੂੰ। ਆਹ ਦਿਨ ਉਹਨਾਂ ਲਈ ਬਹੁਤ ਹੀ ਮਹੱਤਵਪੂਰਨ ਦਿਨ ਚੱਲ ਰਹੇ ਆ, ਜਿਨ੍ਹਾਂ ਦੇ ਵਿੱਚ ਇੱਕ ਬਹਿਸ ਤਾਂ ਹੋ ਗਈ, ਅਗਲੀਆਂ 2 ਬਹਿਸਾਂ ਹੋ ਰਹਿੰਦੀਆਂ ਹਨ, ਜਿੱਥੇ ਜਿਨ੍ਹਾਂ ਦੇ ਉੱਤੇ ਹੀ ਇੱਕ ਰਾਸ਼ਟਰਪਤੀ ਦੇ ਨਿਰਭਰ ਕਰਦਾ ਵੀ ਆਉਣ ਵਾਲਾ ਰਾਸ਼ਟਰਪਤੀ ਜਿਹੜਾ ਉਹ ਕੌਣ ਬਣ ਸਕਦਾ ਹੈ। ਉਹ ਬਹੁਤ ਵਧੀਆ ਉਹਨਾਂ ਦਾ ਤਰੀਕਾ ਜਿਹੜਾ ਬਹਿਸ ਕਰਨ ਦਾ ਹੁੰਦਾ ਆ। ਠੀਕ ਹੈ, ਪਹਿਲੀ ਬਹਿਸ ਦੇ ਵਿੱਚ ਕਾਫੀ ਉਹਨਾਂ ਦੀ ਤੂੰ ਮੈਂ ਤਿੱਖੀ ਝੜਪਾਂ ਹੋਈਆਂ। ਕੁੱਲ ਮਿਲਾ ਕੇ ਜੇ ਆਪਾਂ ਦੇਖਿਆ ਜਾਵੇ ਤਾਂ ਕਰੋਨਾ ਦਾ ਜਿਹੜਾ, ਜੇ ਇੱਧਰ ਪਾਸੇ ਵੀ ਆਪਾਂ ਦੇਖੀਏ ਤਾਂ ਜਿੱਡੇ ਵੱਡੇ ਇਕੱਠ ਹੋਏ ਆ ਜੀ, ਹੋ ਸਕਦਾ ਸਰਕਾਰਾਂ ਨੂੰ ਇਹ ਲੱਗਾ ਹੋਵੇ ਵੀ ਜੇ ਇੰਨੇ ਇਕੱਠਾਂ ਦੇ ਵਿੱਚ ਨਹੀਂ ਕੁਝ ਹੋਇਆ ਤਾਂ ਹੁਣ ਕੀ ਹੋਣਾ। ਤੇ ਇਹਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ, ਬਹੁਤ ਹੀ ਖਤਰਨਾਕ ਬਿਮਾਰੀ ਆ। ਕਈਆਂ ਨੂੰ ਆਪਣੇ ਨੇੜਲੇ ਬੰਦਿਆਂ ਦੇ ਮੈਂ ਤਜਰਬਾ ਦੇਖਿਆ, ਕਈਆਂ ਨੂੰ ਬਿਲਕੁਲ ਹੀ ਕੋਈ ਸਿੰਪਟਮ ਹੈ ਹੀ ਨਹੀਂ ਸੀ, ਕੋਈ ਲੱਛਣ ਹੀ ਹੈ ਨਹੀਂ ਸੀਗੀ, ਫਿਰ ਵੀ ਐਸੇ ਲਪੇਟ 'ਚ ਆਏ ਪਏ, ਉਹਨਾਂ ਨੇ ਬਹੁਤਾ ਪਰਵਾਹ ਨਹੀਂ ਕੀਤੀ ਔਰ ਉਹ ਵਿਚਾਰੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਆ। ਸੋ ਇਸ ਕਰਕੇ ਇਹਨੂੰ ਹਲਕੇ ਵਿੱਚ ਨਾ ਲਓ। ਠੀਕ ਹੈ, ਸਰਕਾਰਾਂ ਨੇ ਸਰਕਾਰ ਚਲਾਉਣੀ, ਦੇਸ਼ ਚਲਾਉਣਾ ਆ, ਤੇ ਆਪਣਾ ਨਾਗਰਿਕਾਂ ਦਾ ਜੋ ਫਰਜ਼ ਬਣਦਾ ਉਹ ਜ਼ਰੂਰੀ ਜ਼ਿੰਮੇਵਾਰੀ ਨਾਲ ਸਮਝਣਾ ਚਾਹੀਦਾ ਜੀ। ਸਰਕਾਰਾਂ ਆਪਣੇ ਲੈਵਲ ਤੇ ਜਿੰਨੀ ਦੇਰ ਤੱਕ ਰੁਕਾਵਟਾਂ ਕਰਨੀਆਂ ਸੀ, ਜੋ ਕੁਝ ਉਹਨਾਂ ਨੇ ਕਰਨਾ ਸੀ ਉਹਦੇ ਲਈ ਉਹ ਕੀਤਾ, ਤੇ ਹੁਣ ਬਹੁਤੀ ਦੇਰ ਤੱਕ ਜ਼ਿੰਦਗੀ ਨੂੰ ਖੜੌਤ 'ਚ ਵੀ ਨਹੀਂ ਰੱਖਿਆ ਜਾ ਸਕਦਾ। ਜਿੰਨੀ ਦੇਰ ਵੈਕਸੀਨ ਨਹੀਂ ਆਉਂਦੀ ਆ ਉਨੇ ਚਿਰ ਤਾਂ ਖਤਰਾ ਹੀ ਖਤਰਾ ਹੈ ਜੀ, ਇਹਦੇ ਲਈ ਇਹ ਮੰਨ ਕੇ ਚੱਲਣਾ ਚਾਹੀਦਾ। ਜਿੰਨਾ ਕੁਝ ਤੁਸੀਂ ਹੁਣ ਤੱਕ ਦੱਸਿਆ ਉਹਦੇ ਤੋਂ ਇਹ ਲੱਗਦਾ ਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਰਕਾਰ ਨੇ ਲਗਭਗ ਲੋਕਾਂ ਤੇ ਛੱਡ ਦਿੱਤੀਆਂ ਕਿ ਤੁਸੀਂ ਆਪਣਾ ਬਚਾਅ ਆਪ ਕਰੋ। ਤੇ ਛੋਟੇ ਬੱਚਿਆਂ ਲਈ ਹਾਲੇ ਉਹਨਾਂ ਦੀ ਜਿਹੜੀ ਸੰਜੀਦਗੀ ਉਹ ਠੀਕ ਆ ਕਿ ਸਕੂਲ ਤੇ ਕਾਲਜ ਜਿਹੜੇ ਆ ਉਹ ਬੰਦ ਹੀ ਰਹਿਣਗੇ, ਤੇ ਆਉਣ ਵਾਲੇ ਸਮੇਂ 'ਚ ਸਰਕਾਰ, ਮੇਰੇ ਖਿਆਲ ਰਾਜ ਸਰਕਾਰਾਂ ਨੂੰ ਕਹਿਤਾ ਕਿ ਇਹਨੂੰ ਦੇਖ ਕੇ ਆਪਣੇ ਲੈਵਲ ਤੇ ਫੈਸਲੇ ਲਓ, ਆਪਦੇ ਤੌਰ ਤੇ ਕਰੋ। ਕੰਟੇਨਮੈਂਟ ਜ਼ੋਨ ਹੈਗਾ ਆ ਜਿਹੜਾ, ਉਹ ਤੋਂ ਬਾਹਰ ਕਰਕੇ ਜਿਹੜਾ ਵੀ ਤੁਸੀਂ ਲੱਗਦਾ ਆ ਤੁਹਾਨੂੰ ਜਾਇਜ਼ ਤਾਂ ਸਕੂਲ ਖੋਲ ਸਕਦੇ ਆ, ਉਹ ਵੀ ਮਾਪਿਆਂ ਦੀ ਮਰਜ਼ੀ ਦੇ ਨਾਲ, ਕੰਸੈਂਟ ਦੇ ਨਾਲ ਜੀ। ਮਿਲਦੇ ਆ ਜੀ ਇੱਕ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ ਇੱਕ ਵਾਰ ਫਿਰ ਸ਼ੁਰੂ ਕਰਦੇ ਹਾਂ। ਕੁਝ ਗੱਲਾਂ ਫਿਰ ਰਹਿ ਗਈਆਂ ਨੇ ਤੇ ਅਸੀਂ ਇਹਨਾਂ ਦੀ ਕਾਫੀ ਗੱਲਾਂ ਕੀਤੀਆਂ, ਕਿਸਾਨੀ ਦੀਆਂ ਵੀ ਤੇ ਹੋਰ ਵੀ, ਰਾਜਨੀਤੀ ਦੀਆਂ ਵੀ। ਤੇ ਮੁਲਕ ਸਾਡੇ ਬਣ ਗਏ ਤੇ ਸਰਹੱਦਾਂ ਸਾਡੀਆਂ ਸੇਫ ਕਰਨ ਲਈ ਫੌਜੀ ਨਿੱਤ ਮਰਦੇ ਨੇ, ਭਾਵੇਂ ਅਸੀਂ ਅਸਲੇ ਵੀ ਖਰੀਦਦੇ ਹਾਂ ਤੇ ਹੋਰ ਬਹੁਤ ਕੁਝ ਕਰਦੇ ਹਾਂ। ਕੱਲ੍ਹ ਫਿਰ ਪਾਕਿਸਤਾਨ ਨੇ ਕੁਝ ਗੋਲੀਬਾਰੀ ਕੀਤੀ ਤੇ ਸਾਡੇ ਆਪਣੇ ਪੰਜਾਬ ਦੇ ਕੁਝ ਨੌਜਵਾਨ ਸ਼ਹੀਦ ਹੋਏ ਨੇ। ਜੀ ਇਹ ਬੜੇ ਦੁੱਖ ਦੀ ਗੱਲ ਹੈ ਸ਼ਰਮਾ ਜੀ। ਇਹ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਜੀ, ਸਰਹੱਦਾਂ ਦੀ ਰਾਖੀ ਤੇ ਬੈਠੇ ਸਾਡੇ ਜਵਾਨ ਜਿਹੜੇ ਆ ਅਣਐਲਾਨੀ ਜੰਗ ਦਾ ਸ਼ਿਕਾਰ ਹੋ ਰਹੇ ਆ ਜੀ। ਇੱਕ ਤਾਂ ਜੰਗ ਹੁੰਦੀ ਨਾ ਜਿਹਦੇ 'ਚ ਪਤਾ ਹੁੰਦਾ ਵੀ ਜੰਗ ਹੋ ਰਹੀ ਆ, ਤਿਆਰ ਹੋ ਕੇ ਫੌਜੀ ਜਾਂਦਾ, ਉਹਨੂੰ ਪਤਾ ਹੁੰਦਾ ਵੀ ਮੈਂ ਲੜਾਈ ਕਰਨੀ ਆ। ਬਿਲਕੁਲ, ਉੱਥੇ ਅਣਐਲਾਨੀ ਜੰਗ ਆ, ਪਤਾ ਨਹੀਂ ਗੋਲੀ ਕਿੱਧਰੋਂ ਆ ਜਾਣੀ ਆ, ਕਦੋਂ ਆ ਜਾਣੀ ਆ, ਕੋਈ ਸਮਾਂ ਨਿਸ਼ਚਿਤ ਨਹੀਂ, ਕੋਈ ਉਹਦਾ ਤੈਅ ਨਹੀਂ। ਤੇ ਇਹੋ ਜਿਹੀ ਅਣਐਲਾਨੀ ਜੰਗ ਦੇ ਵਿੱਚ ਸਾਡੇ ਜਵਾਨ ਲਗਾਤਾਰ ਸ਼ਹੀਦ ਹੋ ਰਹੇ ਆ। ਬਹੁਤ ਹੀ ਦੁੱਖਦਾਈ ਗੱਲ ਹੈ ਇਹ। ਇੱਕ ਨਹੀਂ, ਕਈ ਕਾਫੀ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਆ ਰਹੀ ਹੈ, ਜਿੱਥੇ ਦੇਸ਼ ਦੇ ਵਿੱਚ ਇੱਕ ਬੇਚੈਨੀ, ਇੱਕ ਅਨਰੈਸਟ ਜੀ ਫੈਲੀ ਹੋਈ ਆ ਜੀ। ਕਿਸਾਨ ਅੰਦੋਲਨ ਲੈ ਲਓ, ਮਜ਼ਦੂਰਾਂ ਦਾ ਲੈ ਲਓ, ਜਾਂ ਪੂਰੇ ਦੇਸ਼ 'ਚ ਤਕਰੀਬਨ ਹਾਲਾਤ ਇਹੋ ਜਿਹੇ ਬਣ ਗਏ ਆ ਵੀ ਉਹਨੂੰ ਦੇਖ ਕੇ ਆਪਾਂ ਲੱਗਦਾ ਵੀ ਦੇਸ਼ ਨੂੰ ਚਿੰਤਾਜਨਕ ਹਾਲਤ ਵਿੱਚ ਆ। ਕਿਤੇ ਇਹੋ ਜਿਹੇ ਹਾਲਾਤ ਦਾ ਗੁਆਂਢੀ ਮੁਲਕ ਫਾਇਦਾ ਤਾਂ ਨਹੀਂ ਲੈ ਰਿਹਾ। ਜਦੋਂ ਅਸੀਂ ਦੁਨੀਆ ਦੇ ਲੈਵਲ ਤੇ ਗੱਲ ਕਰਦੇ ਹਾਂ, ਪੂਰੇ ਵਿਸ਼ਵ ਦੀ ਗੱਲ ਕਰਦੇ ਹਾਂ, ਤੇ ਸਾਡੇ ਏਸ਼ੀਆ ਵਾਲੇ ਖਿੱਤੇ ਨੂੰ ਤੀਜੀ ਦੁਨੀਆ ਦੇ ਦੇਸ਼ ਕਿਹਾ ਜਾਂਦਾ। ਬਿਲਕੁਲ ਜੀ, ਬਿਲਕੁਲ। ਤੇ ਜਦੋਂ ਅਸੀਂ ਯੂਰਪ ਦੇ ਵਿੱਚ ਦੇਖਦੇ ਹਾਂ ਕਿ ਹਾਲੈਂਡ ਆ, ਸਕਾਟਲੈਂਡ ਆ, ਕੋਈ ਸਰਹੱਦ ਨਹੀਂ, ਕੋਈ ਜਦੋਂ ਮਰਜ਼ੀ ਆਓ ਜਾਓ, ਕੋਈ ਪਰਵਾਹ ਨਹੀਂ ਕਰਦਾ। ਸਾਡੇ ਜਿਹੜੇ ਸਾਡੇ ਖਿੱਤੇ ਦੇ ਸਿਆਸਤਦਾਨ ਆ, ਕਿਉਂ ਇਸ ਗੱਲ ਨੂੰ ਲੈ ਕੇ ਥੋੜੇ ਜਿਹੇ, ਬਸ ਇਹੀ ਇੱਕ ਪੇਚੀਦਾ ਜਿਹੜੀ ਗੱਲ ਰਹਿ ਗਈ ਆ, ਲੰਬੇ ਸਮੇਂ ਤੋਂ 47 ਤੋਂ ਚੱਲੀ ਆ ਰਹੀ ਆ, ਹੁਣ ਵੀ ਆ 2020 ਹੋ ਗਈ ਆ, ਪਰ ਹਾਲੇ ਉੱਧਰ ਨੂੰ ਕਿਸੇ ਨੇ ਇੱਕ ਕਦਮ ਪੁੱਟਿਆ ਹੀ ਨਹੀਂ ਵੀ ਜਿਹੜਾ ਉੱਥੇ ਹਰ ਵਾਰ ਹਰ ਰੋਜ਼ਾਨਾ ਹੀ ਇਹ ਨਹੀਂ ਪਏ ਸਾਡੇ ਵੱਲੋਂ ਗੋਲੀਬਾਰੀ ਕੀਤੀ ਉਹਨਾਂ ਦੇ ਨਹੀਂ ਨੁਕਸਾਨ ਹੁੰਦਾ, ਉਹਨਾਂ ਦਾ ਵੀ ਹੁੰਦਾ ਹੋਊਗਾ ਨੁਕਸਾਨ, ਪਰ ਜੇ ਨੁਕਸਾਨ ਦੋਹਾਂ ਦੇਸ਼ਾਂ ਦਾ ਹੁੰਦਾ ਤਾਂ ਜਵਾਨਾਂ ਦਾ ਨਾ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਬੱਚੇ ਜਵਾਨ, ਜਿਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਦੇ ਬਾਪ ਚਲੇ ਜਾਂਦੇ ਆ, ਇਹ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਪੁੱਛਿਆ ਜਾਣ ਦਾ ਕੀ ਬੀਤਦੀ ਆ। ਚਾਹੇ ਸਾਡਾ ਮਰੇ, ਚਾਹੇ ਕਿਸੇ ਦਾ ਮਰੇ, ਚਾਹੇ ਪਾਕਿਸਤਾਨ ਦਾ ਮਰੇ, ਚਾਹੇ ਭਾਰਤ ਦਾ ਮਰੇ, ਹੈ ਤਾਂ ਉਹ ਮਾਂ-ਬਾਪ ਦਾ ਲਾਡਲਾ ਪੁੱਤ ਹੋਊਗਾ, ਕਿਸੇ ਔਰਤ ਦਾ ਪਤੀ ਹੋਊਗਾ, ਕਿਸੇ ਛੋਟੇ ਛੋਟੇ ਬੱਚਿਆਂ ਦਾ ਬਾਪ ਹੋਊਗਾ। ਇਹ ਬਹੁਤ ਹੀ ਦੁਖਦਾਈ ਪਹਿਲੂ ਆ ਭਾਰਤ ਲਈ ਪਏ। ਉੱਥੇ ਆਏ ਦਿਨ ਜਿਹੜੀਆਂ ਬਾਰਡਰ ਦੇ ਉੱਤੇ ਸਰਹੱਦ ਤੇ ਗੋਲੀਬਾਰੀ ਹੁੰਦੀ ਰਹਿੰਦੀ ਆ। ਕੱਲ੍ਹ ਵੀ ਉਹਨੇ ਇਹੋ ਜਿਹੀ ਚਲਾਈ ਗੋਲੀ ਜਿਹਦੇ ਵਿੱਚ ਪੰਜਾਬ ਦੇ 2 ਜਵਾਨ, ਕੁੱਲ 3 ਜਵਾਨ ਸ਼ਹੀਦ ਹੋਏ ਆ। ਇਹਦੇ ਵਿੱਚ ਇੱਕ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਲਾਗੇ ਪਿੰਡ ਦਾ ਆ, ਲੋਹਾ ਖੇੜਾ ਪਿੰਡ ਆ ਜੀ। ਇੱਕ ਜਵਾਨ ਜਿਹੜਾ ਦਸੂਹੇ ਦੇ ਵਿੱਚ ਵਖੜੀ ਪਿੰਡ ਆ, ਖੁੱਡੇ ਦੇ ਲਾਗੇ ਪੈਂਦਾ ਜੀ। ਤੇ ਇਹ ਪੰਜਾਬ ਲਈ ਵੀ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਜਵਾਨਾਂ ਨੇ ਕਾਫੀ ਜਾਨਾਂ ਵਾਰੀਆਂ ਉੱਥੇ।
ਪਿਛਲੇ ਦਿਨੀ ਚੀਨ 'ਚ ਵੀ ਚੀਨ ਦੇ ਵਿੱਚ ਵੀ ਜਦੋਂ ਗਲਵਾਨ ਘਾਟੀ 'ਚ ਜਦੋਂ ਹਮਲਾ ਹੋਇਆ ਸੀ, ਚੀਨ ਨਾਲ ਝੜਪ ਹੋਈ ਸੀ, ਉਹਦਾ ਦੇ ਵਿੱਚ ਵੀ 20 ਜਵਾਨ ਸ਼ਹੀਦ ਹੋਏ ਸੀ, ਜਿਨ੍ਹਾਂ 'ਚ 4-5 ਜਿਹੜੇ ਆ ਉਹ ਪੰਜਾਬ ਦੇ ਸੀਗੇ। ਤੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਜਵਾਨਾਂ ਦਾ ਇਹ ਤਰੀਕੇ ਨਾਲ ਨੁਕਸਾਨ ਹੋ ਰਿਹਾ, ਇਹ ਬਹੁਤ ਵੱਡੀ ਗੱਲ ਆ। ਤੇ ਕਿਸੇ ਤਰੀਕੇ ਜੇ ਆਪਾਂ ਗੱਲਬਾਤ ਵੀ ਕਹਿੰਦੇ ਆ ਪਾਕਿਸਤਾਨ ਨਾਲ, ਪਹਿਲੀ ਗੱਲ ਤਾਂ ਗੱਲਬਾਤ ਬੰਦ ਹੀ ਆ, ਫਿਲਹਾਲ ਖੋਲ੍ਹੀ ਨਹੀਂ। ਸ਼ੁਰੂ ਤੋਂ ਹੀ ਉਹਨਾਂ ਨੇ, ਜਦੋਂ ਤੋਂ ਨਵੀਂ ਸਰਕਾਰ ਭਾਜਪਾ ਦੀ ਬਣੀ ਆ, ਇਹਨਾਂ ਦਾ 2 ਟੁਕ ਜਵਾਬ ਰਿਹਾ ਕਿ ਗੋਲੀ ਤੇ ਗੱਲਬਾਤ ਨਾਲ ਨਹੀਂ ਚੱਲ ਸਕਦੀ ਜੀ। ਤੇ ਗੱਲ ਕਿਸੇ ਹੱਦ ਤੱਕ ਠੀਕ ਵੀ ਲੱਗਦੀ ਆ, ਔਰ ਇਸ ਗੱਲ ਨੂੰ ਵਰਲਡ ਲੈਵਲ ਤੇ ਵੀ ਇਹਨਾਂ ਦੀ ਗੱਲ ਦੀ ਪ੍ਰੋੜਤਾ ਕੀਤੀ ਗਈ ਆ ਵੀ ਹਾਂ ਵੀ ਤੁਹਾਡੀ ਗੱਲ ਠੀਕ ਆ। ਵੀ ਇੱਕ ਪਾਸੇ ਤਾਂ ਅੱਤਵਾਦ ਭੇਜ ਦੇਣੇ, ਇੱਕ ਪਾਸੇ ਅੱਤਵਾਦੀ ਹਮਲੇ ਕਰਾ ਦੇਣੇ, ਦੂਜੇ ਪਾਸੇ ਕਹਿਣਾ ਅਸੀਂ ਗੱਲ ਕਰਦੇ ਆ, ਇਹ ਉਂਝ ਵੀ ਦੇਖਣ ਨੂੰ ਠੀਕ ਨਹੀਂ ਲੱਗਦਾ। ਤੇ ਇਧਰੋਂ ਗੋਲੀ ਚਲਾਈ ਜਾਓ, ਉਧਰੋਂ ਗੱਲਬਾਤ ਕਰੀ ਜਾਓ। ਇਹੀ ਕੰਮ ਹੁਣ ਚੀਨ ਵੱਲੋਂ ਕੀਤਾ ਜਾ ਰਿਹਾ ਵੀ ਉਧਰੋਂ ਤੋਂ ਗੱਲਬਾਤ ਹੋ ਰਹੀ ਆ, ਉਧਰੋਂ ਨਵੇਂ ਇਲਾਕਿਆਂ ਤੇ ਕਬਜ਼ਾ ਕਰ ਰਿਹਾ, ਆਏ ਦਿਨ ਉੱਥੇ ਵੀ ਝੜਪਾਂ ਹੋ ਰਹੀਆਂ। ਤੇ ਇਹ ਦੇਸ਼ ਦੀ ਸਰਹੱਦਾਂ ਦੇ ਉੱਤੇ ਇਹ ਜੀ ਜਿਹੜੀ ਤਣਾਅਪੂਰਨ ਸਥਿਤੀ ਆ, ਇਹ ਬਹੁਤ ਚਿੰਤਾਜਨਕ ਗੱਲ ਆ, ਜਿਹੜੀ ਕਿ ਇਹ ਆਉਂਦੇ ਦਿਨਾਂ ਦੇ ਵਿੱਚ ਜਾਂ ਛੇਤੀ ਕਿਤੇ ਇਹਦਾ ਹੱਲ ਨਿਕਲਣਾ ਜ਼ਰੂਰੀ ਆ ਜੀ। ਬੜਾ ਦੁੱਖ ਲੱਗਦਾ ਜਦੋਂ ਮਾਵਾਂ ਦੇ ਪੁੱਤ ਮਰਦੇ ਆ। ਜੀ ਸਾਡੀ ਤਾਂ ਇਸ ਸਟੇਸ਼ਨ ਤੋਂ, ਇਸ ਪਲੇਟਫਾਰਮ ਤੋਂ ਸਾਰੀਆਂ ਸਿਆਸਤਦਾਨਾਂ ਲਈ ਇੱਕ ਅਪੀਲ ਹੀ ਆ ਕਿ ਇਹੋ ਜਿਹੇ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਤਾਂ ਕਿ ਜਿਹੜੀਆਂ ਸਰਹੱਦਾਂ ਆ ਉਹ ਸੁਰੱਖਿਅਤ ਰਹਿਣ ਤੇ ਮਾਵਾਂ ਦੇ ਪੁੱਤ ਨਾ ਮਰਨ। ਉਹ ਚਾਹੇ ਪੰਜਾਬ ਦਾ ਚਾਹੇ ਕਿਸੇ ਸਟੇਟ ਦਾ ਜਵਾਨ ਜਦੋਂ ਸ਼ਹੀਦ ਹੁੰਦਾ ਵੀ ਉਹ ਸ਼ਹੀਦੀਆਂ ਜਿਹੜੀਆਂ ਬਚ ਜਾਣ, ਵੀ ਠੀਕ ਆ ਸਰਹੱਦਾਂ ਦੀ ਰਾਖੀ ਕਰਦੇ ਆ, ਕਰੀ ਜਾਣ, ਪਰ ਜਿਹੜਾ ਸ਼ਹੀਦ ਹੋਣ ਦਾ ਜਿਹੜਾ ਸਿਲਸਿਲਾ ਉਹ ਕਾਫੀ ਹੱਦ ਤੱਕ ਜੇ ਰੁਕ ਜਾਵੇ ਤਾਂ ਚੰਗੀ ਗੱਲ ਹੈ ਜੀ। ਗੱਲ ਕਰੀਏ ਅਸੀਂ ਮੌਸਮ ਦੀ, ਅਕਤੂਬਰ ਮਹੀਨਾ ਆ ਗਿਆ ਤੇ ਝੋਨੇ ਦਾ ਜਿਹੜਾ ਫਸਲ ਆ ਉਹ ਕੱਟੀ ਜਾ ਰਹੀ ਆ ਤੇ ਹੁਣ ਰੌਲਾ ਸ਼ੁਰੂ ਹੋ ਜਾਣਾ ਪਰਾਲੀ ਦੀ ਅੱਗ ਦਾ। ਤੇ ਕਈ ਜਗ੍ਹਾ ਤੇ ਖਬਰ ਮਿਲੀ ਵੀ ਆ ਕਿ ਲਾਈ ਗਈ ਆ। ਤੇ ਅੱਜ ਸਾਡੇ ਮੰਤਰੀ ਸਾਹਿਬ ਨੇ ਕੇਂਦਰ ਤੋਂ ਪ੍ਰਕਾਸ਼ ਜਾਵੜੇਕਰ, ਉਹਨਾਂ ਨੇ ਵੀ ਕੁਝ ਗੱਲਾਂ ਕੀਤੀਆਂ, ਕੀ ਕਹਿੰਦੇ ਨੇ? ਇਹ ਸ਼ੁਰੂ ਹੋਣਾ ਨਹੀਂ, ਹੋ ਚੁੱਕਾ ਜੀ। ਨਾਸਾ ਵਾਲਿਆਂ ਨੇ ਤਾਂ ਤਸਵੀਰਾਂ ਵੀ ਜਾਰੀ ਕਰਤੀਆਂ ਕਿ ਇੱਧਰ ਮਾਝੇ ਇਲਾਕੇ ਦੇ ਵਿੱਚ ਪਰਾਲੀਆਂ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਆ ਤੇ ਉਹ ਕਈਆਂ ਦਿਨਾਂ ਤੋਂ ਚੱਲ ਰਹੀ ਆ ਉੱਥੇ ਰੁਝਾਨ। ਤੇ ਇਹ ਮੈਂ ਇੱਕ ਗੱਲ ਹੋਰ ਇੱਥੇ ਕਹਿਣੀ ਚਾਹੁੰਦਾ ਵੀ ਕਈ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਜਿਹੜੇ ਕਰਦੀਆਂ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੀ ਤਾਂ ਅਸੀਂ ਪਰਾਲੀਏ ਨੂੰ ਅੱਗ ਲਾ ਦਾਂਗੇ ਜੀ। ਵੀ ਇਹ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ, ਅਪੀਲ ਹੀ ਆ ਵੀ ਉਹਨਾਂ ਦੇ ਵੀ ਪਰਿਵਾਰ ਆ, ਉਹਨਾਂ ਦੇ ਵੀ ਸਾਰੇ ਟੱਬਰ ਇੱਥੇ ਰਹਿੰਦੇ ਆ, ਬਾਕੀ ਵੀ ਪੰਜਾਬ ਆਪਣੇ ਵੱਸਦਾ ਆ। ਵੀ ਜੇ ਕੱਲ੍ਹ ਨੂੰ ਇਸ ਧੂਏ ਨਾਲ ਕਿਸੇ ਬਿਮਾਰੀ ਦਾ ਕੋਈ ਬੰਦਾ ਸ਼ਿਕਾਰ ਹੁੰਦਾ ਤੇ ਦੁੱਖ ਆਪਾਂ ਨੂੰ ਹੋਣਾ, ਕੇਂਦਰ ਨੂੰ ਨਹੀਂ ਹੋਣਾ ਜੀ। ਤੇ ਇਸ ਲਈ ਜੇ ਆਪਾਂ ਇਸ ਤਰੀਕੇ ਨਾਲ ਕਹੀਏ ਵੀ ਆਪਾਂ ਪਰਾਲੀਆਂ ਨੂੰ ਅੱਗ ਲਾ ਦਾਂਗੇ, ਇਹ ਤਾਂ ਆਪਣੇ ਲਈ ਇੱਕ ਮੁਸੀਬਤ ਸਹੇੜਨ ਵਾਲੀ ਗੱਲ ਆ ਜੀ। ਵੀ ਇਹ ਜਿੱਥੋਂ ਤੱਕ ਹੋ ਸਕਦਾ ਆ, ਜਿਵੇਂ ਜੇ ਤਾਂ ਤਕਨੀਕ ਨਵੀਂ ਦਿੰਦੇ, ਹੁਣ ਤੁਸੀਂ ਪ੍ਰਕਾਸ਼ ਜਾਵੜੇਕਰ ਦੀ ਗੱਲ ਕੀਤੀ ਆ, ਉਹਨਾਂ ਨੇ ਵੀ ਕਿਹਾ ਵੀ ਨਵੀਂ ਤਕਨੀਕ ਚਾਹੀਦੀ ਜਿਹਦੇ ਨਾਲ ਵਿੱਚ ਹੀ ਕਈਆਂ ਕਿਸਾਨਾਂ ਨੇ ਪਿਛਲੇ ਸਮੇਂ ਦੇ ਵਿੱਚ ਬਿਨਾਂ ਅੱਗ ਲਾਇਆ ਉਹਨੂੰ ਵਿੱਚ ਹੀ ਕੱਦੂ ਕਰਕੇ ਵਾਹ ਕੇ ਕਣਕ ਬੀਜੀ ਸੀ ਔਰ ਕਾਫੀ ਹੱਦ ਤੱਕ ਉਹ ਸਫਲ ਵੀ ਹੋਇਆ ਸੀਗਾ। ਪਰ ਇਹ ਰੁਝਾਨ ਤਾਂ ਹੀ ਹੱਲ ਹੋ ਸਕਦਾ ਜੇ ਇਹਨਾਂ ਨੂੰ ਕਿਸਾਨਾਂ ਨੂੰ ਕੁਝ ਪਰਾਲੀ ਦੀ ਕੁਝ ਉਹਦੇ ਵਿੱਚ ਇਵਜ਼ ਮਿਲੇ, ਕੁਝ ਜੀ ਕੇਂਦਰ ਸਰਕਾਰ ਦੇਵੇ ਜਾਂ ਸੂਬਾ ਸਰਕਾਰ ਦੇਵੇ। ਸੂਬਾ ਸਰਕਾਰ ਛੱਡ ਦਿੰਦੀ ਕੇਂਦਰ ਤੇ ਵੀ ਪਰਾਲੀ ਦਾ ਤੁਸੀਂ ਕੁਝ ਬੋਨਸ ਵਗੈਰਾ ਦਿਓ, ਉਹਨਾਂ ਨੂੰ ਕੁਝ ਪੈਸੇ ਦਿਓ, ਤਾਂ ਹੀ ਉਹ ਬੰਦ ਕਰਨਗੇ, ਜਾਂ ਉਹਨਾਂ ਨੂੰ ਕੋਈ ਚੱਕਣ ਦਾ ਪ੍ਰਬੰਧ ਹੋਣਾ ਚਾਹੀਦਾ। ਖੇਤਾਂ ਦੇ ਵਿੱਚੋਂ ਪਰਾਲੀ ਚੱਕ ਲਈ ਜਾਵੇ। ਰੌਲਾ ਤਾਂ ਇਹ ਵੀ ਪਹਿਲਾਂ ਪਿਆ ਸੀਗਾ ਵੀ ਗੱਤੇ ਦੀ ਫੈਕਟਰੀਆਂ ਬਣਦੀਆਂ ਜੀ, ਉੱਥੇ ਪਰਾਲੀ ਦੀ ਯੂਜ਼ ਹੋ ਜਾਊਗੀ ਜਾਂ ਹੋਰ ਫੈਕਟਰੀਆਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾ ਸਕਦੀ ਆ, ਪਰ ਅਮਲ ਦੇ ਵਿੱਚ ਕੁਝ ਨਹੀਂ ਉਹਦਾ ਦਿਸਿਆ ਸਾਨੂੰ ਕੁਝ ਵੀ। ਤੇ ਉੱਥੇ ਦੇ ਉੱਥੇ ਹੀ ਖੜੀ ਆ ਗੱਲ। ਪਰਨਾਲਾ ਬਿਜਲੀ ਪਲਾਂਟ ਲਾਉਣ ਦੀ ਵੀ ਗੱਲ ਸੀ, ਹੋਰ ਵੱਖੋ ਵੱਖਰੇ ਗੱਲਾਂ ਹੁੰਦੀਆਂ ਰਹਿੰਦੀਆਂ। ਉਹੀ ਕਹਿੰਦਾ ਨਾ, ਜੇ ਉਹ ਕੇਂਦਰ ਸਰਕਾਰ ਕੁਝ ਸੰਜੀਦਾ ਹੋਵੇ, ਕੁਝ ਸੂਬਾ ਸਰਕਾਰ ਸੰਜੀਦਾ ਹੋਵੇ, ਕਿਸਾਨਾਂ ਨੂੰ ਜਾਗਰੂਕਤਾ ਕਾਫੀ ਹੱਦ ਤੱਕ ਕੀਤੇ। ਪਿਛਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਘਟ ਗਿਆ ਸੀਗਾ ਪਰਾਲੀ ਸਾੜਨ ਦਾ ਰੁਝਾਨ, ਕਈ ਕੁਝ ਫੀਸਦੀ ਘਟਿਆ ਵੀ ਸੀਗਾ ਤੇ ਕਾਫੀ ਹੱਦ ਤੱਕ ਘਟਿਆ ਸੀ। ਪਰ ਉਸ ਦੇ ਬਾਵਜੂਦ ਜੇ ਆਪਾਂ ਹਰ ਸਾਲ ਦੇਖੀਏ ਤਾਂ ਫਿਰ ਮਸਲਾ ਤਾਂ ਉੱਥੇ ਖੜਾ ਨਾ, ਝੋਨਾ ਤਾਂ ਹਰ ਸਾਲ ਬੀਜਿਆ ਜਾਣਾ। ਤੇ ਜੇ ਆਪਾਂ ਹਰ ਸਾਲ ਉਹਨਾਂ ਨੂੰ ਉਹਨੇ ਸਖਤੀ ਕੀਤੀ ਜਾਵੇ, ਜਾਂ ਆ ਕੇ ਪੁਲਿਸ ਛਾਪਾ ਮਾਰੇ, ਜਾਂ ਕੋਈ ਕਿਸੇ ਨੇ ਫੋਨ ਕਰਕੇ ਫਸਾ ਦੇਵੇ ਫਲਾਣੇ ਨੇ ਪਰਾਲੀ ਲਾਈ, ਅੱਗ ਲਾਈ ਆ ਜੀ, ਤੇ ਵੀ ਉਹ ਦੁਸ਼ਮਣੀਆਂ ਪਿੰਡਾਂ 'ਚ ਵੱਧਦੀਆਂ। ਇਹਦੇ ਨਾਲੋਂ ਸਰਕਾਰ ਨੂੰ ਆਪ ਸੰਜੀਦਾ ਹੋ ਕੇ ਉਹਨਾਂ ਲਈ ਕੋਈ ਇਹੋ ਜਿਹੀ ਤਕਨੀਕ ਲੱਭਣੀ ਚਾਹੀਦੀ ਹੈ ਵੀ ਜਿਹਦੇ ਨਾਲ ਪਰਾਲੀ ਵਿੱਚ ਹੀ ਉਹਦੇ ਖਪਾ ਹੋ ਜਾਏ, ਧਰਤੀ ਦੇ ਵਿੱਚ ਹੀ, ਜ਼ਮੀਨ ਦੇ ਵਿੱਚ ਹੀ, ਉਹਦੇ ਉੱਤੇ ਨਵੀਂ ਫਸਲ ਬੀਜ ਹੋ ਜਾਏ। ਹੈ ਤਾਂ ਉਹ ਦੱਸਦੇ ਖਾਦ ਦਾ ਕੰਮ ਕਰਦੀਆਂ, ਪਰ ਕਈਆਂ ਥਾਵਾਂ 'ਤੇ ਜਦੋਂ ਆਪਾਂ ਉਹ ਕਣਕ ਬੀਜਦੇ ਆ ਉਹਨਾਂ ਵਿੱਚ ਵੀ ਉਹ ਪਰਾਲੀ ਦੇ ਫਸ ਜਾਂਦੇ, ਜੇ ਸਹੀ ਤਰੀਕੇ ਨਾਲ ਨਹੀਂ ਵਿੱਚ ਉਹ ਵਾਹੀ ਹੁੰਦੀ ਤਾਂ ਜੀ। ਉਹਦੀ ਵਾਹੁਣ ਤੇ ਜੇ ਉਹਨੂੰ ਆਪਾਂ ਖੇਤ ਦੇ ਵਿੱਚ ਹੀ ਕੰਜ਼ਿਊਮ ਕਰਦੇ ਹਾਂ ਉਹਦੇ ਤੇ ਖਰਚੇ ਕਿਸਾਨ ਦੇ ਵੱਧਦੇ ਨੇ ਤੇ ਕਿਸਾਨ ਪਹਿਲਾਂ ਹੀ ਝੰਬਿਆ ਪਿਆ। ਬਿਲਕੁਲ, ਇਸੇ ਕਰਕੇ ਉਹ ਕਹਿੰਦਾ ਵੀ ਸਾਨੂੰ ਇਹਨਾਂ ਨੂੰ ਖਪਾਉਣ ਦੇ ਜਾਂ ਇਹਨਾਂ ਨੂੰ ਚੱਕਣ ਦੇ, ਇਹਨੂੰ ਤੁਸੀਂ ਲਿਜਾਣ ਦੇ ਕੋਈ ਖਰਚੇ ਦਿਓ ਸਾਨੂੰ, ਅਸੀਂ ਕਾਹਨੂੰ ਸਾੜਾਂਗੇ ਜੀ। ਸ਼ੇਰਗਿੱਲ ਸਾਹਿਬ, ਪ੍ਰੋਗਰਾਮ ਦਾ ਆਖਰੀ ਤੇ ਬਹੁਤ ਹੀ ਦੁਖਦਾਈ ਸਵਾਲ ਆ। ਮੈਂ ਚਾਹੁੰਦਾ ਨਹੀਂ ਸੀ ਇਸ ਗੱਲ ਦੇ ਉੱਤੇ ਗੱਲ ਕਰਨੀ, ਪਰ ਆਪਾਂ ਛੱਡ ਵੀ ਨਹੀਂ ਸਕਦੇ ਇਸ ਗੱਲ ਨੂੰ। ਤੇ ਗੱਲ ਹੈਗੀ ਆ ਯੂਪੀ ਦੇ ਬਲਾਤਕਾਰ ਕੇਸ ਦੀ। ਕਈ ਦਿਨਾਂ ਤੋਂ ਹਥਰਸ ਦੇ ਵਿੱਚ ਹੋ ਰਿਹਾ ਸੀ ਤੇ ਕੱਲ ਇੱਕ ਦੋ ਹੋਰ ਨਵੇਂ ਕੇਸ ਇਸੇ ਸਿਲਸਿਲੇ 'ਚ ਜੁੜੇ ਨੇ। ਤੇ ਕਿੱਦਾਂ ਇਹ ਸਿਲਸਿਲੇ ਕਿੱਥੇ ਪਹੁੰਚੇ ਨੇ?
ਦੇਖੋ ਜੀ, ਹੈ ਤਾਂ ਪੂਰੇ ਦੇਸ਼ ਲਈ ਬਹੁਤ ਹੀ ਸ਼ਰਮਨਾਕ ਗੱਲ ਆ ਵੀ ਯੂਪੀ ਦੇ ਵਿੱਚ ਪਿਛਲੇ 15-20 ਦਿਨਾਂ ਦੇ ਵਿੱਚ ਹੀ ਤਕਰੀਬਨ 3-4 ਕੇਸ ਹੋ ਗਏ ਲਗਾਤਾਰ ਹੀ ਜੀ। ਪਹਿਲਾਂ ਉਹ ਕੁੜੀ ਉਹਨੂੰ ਹਾਥਰਸ ਵਾਲੀ ਸੀਗੀ, ਫਿਰ ਬਲਰਾਮਪੁਰ ਵਾਲਾ ਹੋ ਗਿਆ। ਕੱਲ ਦਾ ਜਿਹੜਾ ਭਦੌਲੀ ਤੋਂ ਆ ਗਿਆ ਇੱਕ ਨਵਾਂ ਕੇਸ, ਜਿੱਥੇ ਇੱਕ 14 ਸਾਲ ਦੀ ਕੁੜੀ ਨੂੰ ਸਿਰ 'ਚ ਮੂੰਹ ਦੇ ਉੱਤੇ ਇੱਟਾਂ ਮਾਰ ਕੇ ਮਾਰਤਾ, ਤੇ ਉਹ ਖੇਤਾਂ ਨੂੰ ਗਈ ਹੋਈ ਸੀਗੀ। ਜਦੋਂ ਕਾਫੀ ਦੇਰ ਤੱਕ ਨਹੀਂ ਮਿਲੀ ਤਾਂ ਉਹਦਾ ਭਰਾ ਦੇਖਣ ਗਿਆ ਤੇ ਉਹਨੂੰ ਉੱਥੇ ਲਾਸ਼ ਪਈ ਮਿਲੀ, ਜਿਹਦੇ 'ਚ ਉਹਦਾ ਮੂੰਹ ਸਿਰ ਥੋੜਾ ਕਾਫੀ ਖਰਾਬ ਕੀਤਾ ਹੋਇਆ ਸੀ ਇੱਟਾਂ ਮਾਰ ਕੇ। ਹੁਣ ਉਹਦੀ ਰਿਪੋਰਟ ਹੀ ਦੱਸੂਗੀ ਵੀ ਉਹਦੇ ਨਾਲ ਕੀ ਭਾਣਾ ਵਾਪਰਿਆ। ਪਰ ਹੈ ਤਾਂ ਇਹ ਬਹੁਤ ਹੀ ਦਰਦਨਾਕ ਗੱਲ ਆ ਸੀਗੀ। ਉਹ ਵੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੜਕੀ ਰੱਖਦੀ ਆ, ਪਰ ਇਹ ਦੇਖੋ ਦਰਿੰਦਗੀ ਦੀ ਹੱਦ ਹੁੰਦੀ ਆ ਭਈ ਤੁਸੀਂ ਕਿਸ ਹੱਦ ਤੱਕ ਜਾ ਸਕਦੇ ਆ, ਆਪਾਂ ਕਿਹੋ ਜਿਹੇ ਸਮਾਜ 'ਚ ਰਹਿ ਰਹੇ ਆ ਜੀ। ਇੱਕ ਬਹੁਤ ਹੀ ਸੋਚਣ ਵਾਲੀ ਗੱਲ ਆ। ਉੱਤੋਂ ਜੇ ਪ੍ਰਸ਼ਾਸਨ ਵੀ ਉਹਨਾਂ ਨਾਲ ਰਲ ਜਾਏ, ਉਹਨਾਂ ਦਾ ਸਾਥ ਦੇਣ ਲੱਗ ਜਾਏ, ਤਾਂ ਫਿਰ ਇਨਸਾਫ ਆਮ ਬੰਦੇ ਨੂੰ, ਆਮ ਛੋਟੇ ਤੋਂ ਛੋਟੇ ਬੰਦੇ ਨੂੰ, ਗਰੀਬ ਬੰਦੇ ਨੂੰ ਕਿੱਥੋਂ ਮਿਲੂਗਾ ਜੀ। ਹੁਣ ਜੇ ਦੇਖਿਆ ਜਾਵੇ ਤਾਂ ਜਦੋਂ ਉਹਨਾਂ ਨੂੰ ਅੱਧੀ ਰਾਤ ਤੋਂ ਬਾਅਦ ਉਸ ਕੁੜੀ ਨੂੰ ਸੰਸਕਾਰ ਕਰਤਾ, ਉਹਦੇ ਵਿੱਚ ਇੱਕ ਬਹੁਤ ਹੀ ਇੱਕ ਅਰਥਪੂਰਨ ਟਿੱਪਣੀ ਜਿਹੜੀ ਨਾ ਟਵੀਟ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ। ਉਹ ਕਹਿੰਦਾ ਸੀਗਾ ਵੀ ਪਹਿਲਾਂ ਤਾਂ ਦਰਿੰਦਗੀ ਉਹਨਾਂ ਦਰਿੰਦਿਆਂ ਨੇ ਕੀਤੀ, ਫਿਰ ਸਿਸਟਮ ਨੇ ਇਹਨਾਂ ਤੇ ਦਰਿੰਦਗੀ ਕਰਤੀ ਜੀ। ਬਹੁਤ ਇਹਦੇ ਵਿੱਚ ਮਾਇਨਾ ਰੱਖਦਾ, ਗੱਲ ਤਾਂ ਕਿੱਥੇ ਜਾਂਦੀ ਗੱਲ ਹੈ ਵੀ ਉਹ ਸਿਸਟਮ ਨੇ ਇਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਇੱਕ ਕਿਸਮ ਨਾਲ ਬਲਾਤਕਾਰੀ ਕਹਿ ਲਓ ਕਰ ਲਿਆ ਜੀ। ਵੀ ਨਾ ਤਾਂ ਉਸ ਲੜਕੀ ਦਾ ਉਹਨਾਂ ਦੇ ਮਾਂ-ਬਾਪ ਨੂੰ ਮੂੰਹ ਦੇਖਣ ਦਿੱਤਾ, ਜਿੱਥੋਂ ਤੱਕ ਉਹਨਾਂ ਦਾ ਦਾਵਾ ਹੈ, ਕਿਉਂਕਿ ਜਿਹੜਾ ਜ਼ਿਲ੍ਹਾ ਅਧਿਕਾਰੀ ਆ DC ਆ, ਉਹ ਤਾਂ ਕਹਿ ਰਿਹਾ ਸੀਗਾ ਵੀ ਨਹੀਂ ਜੀ ਅਸੀਂ ਮਾਂ-ਬਾਪ ਨੂੰ ਪੁੱਛ ਕੇ, ਅਸੀਂ ਉਹਨਾਂ ਦਾ ਪਰਿਵਾਰ ਦਾ ਬੰਦਾ ਇੱਕ ਸ਼ਾਮਲ ਸੀ, ਉਹਨਾਂ ਦੇ ਸਾਹਮਣੇ ਇਹ ਸੰਸਕਾਰ ਕੀਤਾ। ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇੱਕ ਕੜੀ ਨਵੀਂ ਗੱਲ ਜਿਹੜੀ ਸਾਹਮਣੇ ਆਈ ਆ ਵੀ ਉਸ ਲੜਕੀ ਦਾ ਭਰਾ ਜਿਹੜਾ ਚੋਰੀ ਫੋਨ ਕਰ ਰਿਹਾ ਸੀਗਾ ਕਿਸੇ ਮੀਡੀਆ ਵਾਲਿਆਂ ਨੂੰ ਜਾਂ ਆਪਣੇ ਯਾਰ ਦੋਸਤ ਨੂੰ, ਬਈ ਸਾਨੂੰ ਤਾਂ ਅੰਦਰ ਡੱਕ ਦਿੱਤਾ ਆ, ਬਾਹਰੋਂ ਜਿੰਦੇ ਲਾਤੇ ਆ, ਤੇ ਸਾਨੂੰ ਤਾਂ ਬਾਥਰੂਮ ਜਾਣ ਦੀ ਵੀ ਇਜਾਜ਼ਤ ਨਹੀਂ ਹੈਗੀ ਜੀ। ਇਸ ਹੱਦ ਤੱਕ ਜਾ ਕੇ ਐਡੀ ਕਿਹੜੀ ਕਾਹਲ ਪਈ ਸੀ ਵੀ ਜਿਹੜਾ ਉਸ ਬੱਚੀ ਦਾ ਉਹਨਾਂ ਦੇ ਮਾਪਿਆਂ ਨੂੰ ਮੂੰਹ ਤੱਕ ਦੇਖਣਾ ਵੀ ਨਸੀਬ ਨਹੀਂ ਹੋਇਆ। ਜਿਹੜੇ ਪ੍ਰਸ਼ਾਸਨ ਨੇ, ਠੀਕ ਹੈ ਤੁਸੀਂ ਲਾਅ ਐਂਡ ਆਰਡਰ ਦੀ ਜੇ ਗੱਲ ਕਰਦੇ ਆ ਤੇ ਹਾਂ ਵੀ ਜੇ ਇਹਨਾਂ ਨੂੰ ਆਪਾਂ ਬੋਡੀ ਦੇਤੀ, ਲਾਸ਼ ਦੇਤੀ ਉਸ ਲੜਕੀ ਦੀ, ਇਹਨਾਂ ਨੇ ਕਿਤੇ ਧਰਨਾ ਤੁਰਨਾ ਨਾ ਲਾ ਲੈਣ ਤੇ ਇਹਦੇ ਨਾਲ ਕਿਤੇ ਕਾਨੂੰਨ ਵਿਵਸਥਾ ਦਾ ਕਿਤੇ ਵਿਗੜ ਨਾ ਜਾਵੇ। ਤੇ ਜੇ ਇੰਨਾ ਸੀਗਾ ਤੁਸੀਂ ਕਾਨੂੰਨ ਵਿਵਸਥਾ ਨੂੰ ਪੁਖਤਾ ਕਰਕੇ ਫਿਰ ਉਹਨਾਂ ਦੇ ਘਰਦਿਆਂ ਨੂੰ ਨਾਲ ਜਾ ਕੇ ਫਿਰ ਉਹਨਾਂ ਦਾ ਸੰਸਕਾਰ ਆਮ ਕਰਕੇ ਅੰਤਿਮ ਸੰਸਕਾਰ ਦੇ ਵਿੱਚ ਘਰਦਿਆਂ ਦਾ ਹੋਣਾ ਜ਼ਰੂਰੀ ਆ। ਹੁਣ ਤੱਕ ਆਪਾਂ ਜੋ ਸੁਣਦੇ ਆਏ ਆ, ਕਿਉਂਕਿ ਜੇ ਕਿਤੇ ਨਾ ਵੀ ਆਪਾਂ ਗੱਲ ਕਰੀਏ ਤਾਂ ਕਿਤੇ ਬਾਹਰਲੇ ਦੇਸ਼ 'ਚ ਵੀ ਕਿਸੇ ਵੀ ਘਰਦਿਆਂ ਦਾ ਕੋਈ ਜੀ ਜੇ ਮੁੱਕ ਵੀ ਜਾਂਦਾ ਆ ਤਾਂ ਉੱਥੇ ਕੋਸ਼ਿਸ਼ ਉਹਨਾਂ ਦੇਸ਼ਾਂ ਦੀ ਵੀ ਹੁੰਦੀ ਆ ਵੀ ਹਾਂ ਵੀ ਇਹਦੇ ਮਾਂ-ਬਾਪ ਜਾਂ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਆਵੇ ਕੋਲ ਸੰਸਕਾਰ ਵੇਲੇ ਜ਼ਰੂਰ ਸ਼ਾਮਲ ਹੋਵੇ, ਲਾਸ਼ ਨੂੰ ਵਾਰਸਾਂ ਤੱਕ ਪਹੁੰਚਾਉਣਾ ਜ਼ਰੂਰੀ ਹੁੰਦਾ। ਪਰ ਇਹ ਇੱਕ ਨਵੀਂ ਪਿਰਤ ਪਾਈ ਆ ਯੂਪੀ ਸਰਕਾਰ ਨੇ ਵੀ ਉੱਥੇ ਕਿਸੇ ਨੂੰ ਲਾਗੇ ਤੱਕ ਹੀ ਆਉਣ ਦੇਣਾ ਸੀ, ਆਖਰੀ ਵੇਲੇ ਦਰਸ਼ਨ ਵੀ ਨਹੀਂ ਕਰਨ ਦਿੱਤੇ ਉਹਨਾਂ ਦੇ ਚਿਹਰੇ ਦੇ ਜੀ। ਇਹ ਬਹੁਤ ਹੀ ਦੁਖਦਾਈ ਪਹਿਲੂ ਆ ਜੀ। ਤੇ ਪ੍ਰਸ਼ਾਸਨ ਹਾਲੇ ਵੀ ਦਬਾਅ ਬਣਾ ਰਿਹਾ ਉਹਨਾਂ ਤੇ, ਹਾਲੇ ਵੀ ਉਹਨਾਂ ਦੀ ਇੱਕ ਸਟਿੰਗ ਆਪਰੇਸ਼ਨ ਕਹਿ ਲਓ, ਚਾਹੇ ਉਹਨਾਂ ਦੀ ਇੱਕ ਰਿਕਾਰਡਿੰਗ ਬਾਹਰ ਆ ਗਈ ਆ ਵੀ ਜਿਹੜਾ ਜ਼ਿਲ੍ਹਾ ਅਧਿਕਾਰੀ ਆ ਉਹ ਵਾਰ-ਵਾਰ ਪਰਿਵਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਵੀ ਤੁਸੀਂ ਇਹ ਵਾਰ-ਵਾਰ ਬਿਆਨ ਨਾ ਪਲਟੋ, ਤੁਸੀਂ ਕੀ ਲੈਣਾ ਇਹਦੇ ਵਿੱਚ, ਜੋ ਹੋ ਗਿਆ ਸੋ ਹੋ ਗਿਆ। ਇਹਨਾਂ ਲਈ ਤਾਂ ਪ੍ਰਸ਼ਾਸਨ ਲਈ ਇੱਕ ਗੱਲ ਹੈ ਵੀ ਜੋ ਹੋ ਗਿਆ ਸੋ ਹੋ ਗਿਆ। ਜਿਨ੍ਹਾਂ ਦੇ ਘਰ ਬੀਤੀ, ਜਿਨ੍ਹਾਂ ਦੀ ਧੀ ਨਾਲ ਬੀਤੀ, ਜਿਨ੍ਹਾਂ ਦੇ ਮਾਂ-ਬਾਪ ਦੇ ਉੱਤੇ ਕੀ ਬੀਤਦੀ ਹੋਗੀ ਉਹ ਤੇ ਉਹੀ ਜਾਣਦੇ ਆ ਜੀ। ਚਾਹੇ ਉਹ ਪ੍ਰਸ਼ਾਸਨ ਅਧਿਕਾਰੀ ਨੇ, ਚਾਹੇ ਉਹ ਸਾਡੇ ਸਿਆਸੀ ਲੋਕ ਨੇ, ਤੇ ਚਾਹੇ ਇਹੋ ਜਿਹਾ ਕੰਮ ਕਰਨ ਵਾਲੇ ਜਿਹੜੇ ਲੋਕ ਨੇ, ਆਪਣੀਆਂ ਭੈਣਾਂ ਆਪਣੇ ਘਰਾਂ ਦੇ ਵਿੱਚ ਜੋ ਵੀ ਸਾਡੀਆਂ ਔਰਤਾਂ ਨੇ ਉਹਨਾਂ ਦੇ ਮੂੰਹ ਜ਼ਰੂਰ ਦੇਖਣੇ ਚਾਹੀਦੇ ਨੇ। ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਸਾਨੂੰ ਯੋਗਦਾਨ ਦੇਣਾ ਚਾਹੀਦਾ। ਕਾਨੂੰਨ ਦੀ ਗੱਲ ਕਰੀਏ ਤਾਂ ਕਿਸਾਨਾਂ ਵੱਲ ਨੂੰ ਤਾਂ ਬਹੁਤ ਕਾਹਲੇ ਪਏ ਸੀ ਇਹੋ ਜਿਹਾ ਕਾਨੂੰਨ ਬਣਾਉਣ ਤਾਂ ਜਿਹਦੇ ਨਾਲ ਇਹ ਕੰਮ ਹਟ ਜਾਏ। ਇਹ ਤਾਂ ਬਹੁਤ ਦੇਰ ਦਾ ਲਟਕਦਾ ਆਇਆ ਕੰਮ, ਸਰਕਾਰ ਨੂੰ ਇੱਧਰ ਕਿਉਂ ਨਹੀਂ ਧਿਆਨ ਦੇ ਰਹੀਆਂ ਜੀ। ਅੱਜ ਦਾ ਵਿਚਾਰ ਚਰਚਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ। ਮਿਲਾਂਗੇ ਅਗਲੀ ਵਾਰ ਕੁਝ ਹੋਰ ਗੱਲਾਂ ਲੈ ਕੇ।